ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਦਾ ਜੋ ਦਿਹਾੜਾ ਹੈ ਬੰਦੀ ਛੋੜ ਦਿਵਸ ਅਤੇ ਦੀਵਾਲੀ, ਸਮੂਹ ਸਿੱਖ ਸੰਗਤਾਂ ਨੂੰ ਬੰਦੀ ਛੋੜ ਦੀ ਲੱਖ ਲੱਖ ਵਧਾਈ ਹੋਵੇ। ਅੱਜ ਦਾ ਜੋ ਦਿਨ ਹੈ ਧਰਤੀ ਤੇ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਜੀ ਹੋਏ। ਉਹ ਜਦੋਂ 14 ਸਾਲ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਰਤੇ ਤੇ ਉਹਨਾਂ ਦੇ ਅਯੁੱਧਿਆ ਆਉਣ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਗਈ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜੀਵਨ ਨੇ। ਸੋ ਇਸੇ ਹੀ ਦਿਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਕਿ ਗਵਾਲੀਅਰ ਦੇ ਕਿਲ੍ਹੇ ਵਿੱਚ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ, ਤੇ ਉਹਨਾਂ ਦੀ ਵੀ ਆਪਦੀ ਵੀ ਰਿਹਾਈ ਤੇ ਨਾਲ ਜਿਹੜੇ ਹੋਰ ਰਾਜਿਆਂ ਨੂੰ ਉੱਥੇ ਬੰਦੀ ਖਾਨੇ 'ਚ ਬੰਦ ਕੀਤਾ ਹੋਇਆ ਸੀ, ਉਹਨਾਂ ਨੂੰ ਵੀ ਨਾਲ ਯਾਦ ਕਰਾਇਆ, ਉਹਨਾਂ ਦੇ ਮਨਾਂ ਨੂੰ ਵੀ ਤੇ ਉਹਨਾਂ ਨੂੰ ਸਰੀਰ ਰੂਪ ਦੇ ਵਿੱਚ, ਤੇ ਉਹਨਾਂ ਦਾ ਵਾਪਸ ਪਰਤਣ ਤੇ ਫਿਰ ਸਿੱਖ ਸੰਗਤਾਂ ਨੇ ਖੁਸ਼ੀ ਮਨਾਈ, ਦੀਪਮਾਲਾ ਕੀਤੀ। ਸੋ ਇਹੀਓ ਫਿਰ ਆਪਾਂ ਹੁਣ ਇਹ ਉਦੋਂ ਤੋਂ ਹੀ ਸਾਰੀਆਂ ਸਿੱਖ ਸੰਗਤਾਂ ਇਹ ਅੱਜ ਦਾ ਦਿਹਾੜਾ ਮਨਾਉਂਦੇ। ਹੁਣ ਇਹ ਜੋ ਆਪਾਂ ਬਾਹਰ ਦੀਵੇ ਬਾਲਦੇ, ਇਹਨਾਂ ਨੂੰ ਆਪਾਂ ਬਾਲ ਤਾਂ ਲੈਂਦੇ ਹਾਂ, ਪਰ ਇੱਥੋਂ ਆਪਾਂ ਸਿੱਖਿਆ ਲੈਣੀ ਹੁੰਦੀ। ਸਤਿਗੁਰੂ ਕਹਿੰਦੇ ਵੀ ਇੱਕ ਦੀਵਾ ਐਸਾ ਹੈ, ਜੇ ਉਹ ਤੁਸੀਂ ਬਾਲ ਲਓ ਤੇ ਉਹ ਬਲਣ ਦੇ ਨਾਲ ਤੁਸੀਂ ਇਹ ਸੰਸਾਰ ਸਾਗਰ ਤੋਂ, ਭਵ ਸਾਗਰ ਤੋਂ ਪਾਰ ਲੰਘ ਜਾਓਗੇ। ਪਰ ਐਸਾ ਦੀਵਾ ਬਾਲਦਾ ਕੋਈ ਵਿਰਲੇ ਗੁਰਮੁਖ। ਗੁਰੂ ਨਾਨਕ ਦੇਵ ਜੀ ਸਤਿਗੁਰੂ ਸਾਨੂੰ ਫਰਮਾਉਂਦੇ, ਐਸਾ ਦੀਵਾ ਬਾਲੇ ਕੋਇ, ਨਾਨਕ ਸੋ ਪਾਰ ਗਤ ਹੋਈ। ਬਈ ਉਹ ਐਸਾ ਦੀਵਾ ਕਿਹੜਾ ਹੈ ਵੀ ਜਿਹੜਾ ਬਾਲਣ ਦੇ ਨਾਲ ਅਸੀਂ ਇਹ ਭਵ ਸਾਗਰ ਤੋਂ ਪਾਰ ਲੰਘ ਜਾਂਦੇ। ਫਿਰ ਉਹ ਦੀਵਾ ਹੈ
ਨਾਮ ਨਾਮ ਹੀ ਸਾਡੇ ਵਾਸਤੇ ਦੀਵਾ ਤੇ ਨਾਮ ਦੀ ਹੀ ਵਿੱਚ ਅਸੀਂ ਉਹ ਬੱਤੀ ਇਹ ਨਾਮ ਨੂੰ ਹੀ ਤੇਲ ਬਣਾਇਆ ਤੇ ਉਹ ਨਾਮ ਦੀ ਹੀ ਫਿਰ ਜੋਤ ਜਗਾਈ ਆਪਦੇ ਅੰਦਰ, ਜਿਹਦੇ ਨਾਲ ਫਿਰ ਇਹ ਉਜਿਆਰਾ ਸਾਰੇ ਭਵਨ ਸਾਰੇ ਸੰਸਾਰ ਦੇ ਵਿੱਚ ਨਾਮ ਦੁਆਰਾ ਉਜਾਰਾ ਹੁੰਦਾ। ਮਹਾਰਾਜ ਫਰਮਾਉਂਦੇ ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੀ ਪਸਾਰੀ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰੋ ਭਵਨ ਸਗਲਾਰੀ। ਬਈ ਇਹ ਅਸੀਂ ਐਸਾ ਦੀਵਾ ਜਗਾਉਣਾ ਆਪਦੇ ਅੰਦਰ, ਜਿਹਦੇ ਨਾਲ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਖਤਮ ਹੋ ਜੇ, ਸਾਡੇ ਭਰਮ ਖਤਮ ਹੋ ਜਾਣ, ਸਾਡੇ ਸ਼ੰਕੇ ਖਤਮ ਹੋ ਜਾਣ, ਨਿਵਰਤ ਹੋ ਜਾਣ। ਪਰ ਉਹ ਹੋਏਗਾ ਤਾਂ ਹੀ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ, ਜੇ ਅਸੀਂ ਸਤਸੰਗਤ ਕਰਾਂਗੇ, ਗੁਰੂ ਦੀ ਮੱਤ ਲਵਾਂਗੇ ਤੇ ਫਿਰ ਨਾਮ ਦਾ ਦੀਪਕ ਜਲੇਗਾ ਸਾਡੇ ਅੰਦਰ। ਜੇ ਸਾਡੇ ਅੰਦਰ ਦੀਪਕ ਨਹੀਂ ਜਲਦਾ ਫਿਰ ਅਸੀਂ ਬਾਹਰ ਤਾਂ ਜਿੰਨੇ ਮਰਜ਼ੀ ਲਾਈ ਜਾਈਏ। ਬਾਹਰ ਗੱਲਾਂ ਦੀਵੇ ਲਾਉਣ ਦੇ ਨਾਲ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਨਹੀਂ ਖਤਮ ਹੁੰਦਾ। ਇਹ ਤਾਂ ਸਿਰਫ ਅਸੀਂ ਤਾਂ ਲਾਉਂਦੇ ਹਾਂ ਵੀ ਬਾਹਰੋਂ ਸਾਨੂੰ ਉਹ ਦੇਖ ਕੇ ਸੋਝੀ ਆ ਜੇ, ਪਤਾ ਲੱਗ ਜੇ। ਬਈ ਜਿਵੇਂ ਅਸੀਂ ਹੁਣ ਇਹ ਬਾਹਰ ਦੀਵਾ ਲਾਇਆ ਵੀ ਇਸੇ ਤਰ੍ਹਾਂ ਸਾਡੇ ਅੰਦਰ ਵੀ ਇਹ ਪ੍ਰਕਾਸ਼ ਹੋਵੇ। ਜਿਵੇਂ ਦੀਵਾ ਬਲਦਾ ਹੈ ਤੇ ਹਨੇਰਾ ਖਤਮ ਹੋ ਜਾਂਦਾ। ਜੇ ਹੁਣ ਸਾਡੇ ਅੰਦਰ ਦੀਪਕ ਜਲ ਪਵੇ ਤੇ ਸਾਡੇ ਅੰਦਰੋਂ ਗਿਆਨਤਾ ਦਾ ਹਨੇਰਾ ਖਤਮ ਹੋ ਜੇ। ਜਿਸ ਨੂੰ ਮਹਾਰਾਜ ਕਹਿੰਦੇ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਬਈ ਉਹ ਜਿਹੜੀ ਪਾਪਾਂ ਦੀ ਮੈਲ ਸਾਡੇ ਮਨ ਤੇ ਚੜੀ, ਜੇ ਉਹ ਦੀਵਾ ਬਲ ਪੈਂਦਾ ਤੇ ਉਹ ਪਾਪਾਂ ਦੀ ਮੈਲ ਖਤਮ ਹੋ ਜਾਂਦੀ, ਉਹ ਮੈਲ ਲੈ ਜਾਂਦੀ, ਸਾਨੂੰ ਦਿਸਣ ਲੱਗ ਜਾਂਦਾ। ਜੇ ਹੁਣ ਸਾਡੇ ਅੰਦਰ ਦੀਪਕ ਨਹੀਂ ਬਲਿਆ ਤੇ ਸਾਨੂੰ ਨਾ ਤਾਂ ਪਰਮਾਤਮਾ ਅੰਦਰ ਦਿਖਾਈ ਦਿੰਦਾ ਹੈ, ਨਾ ਬਾਹਰ ਦਿਸਦਾ। ਇਸ ਲਈ ਫਿਰ ਸਾਨੂੰ ਇਹ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਉਸਤਤ ਕਰਦੇ ਹੋਏ ਦੱਸਦੇ ਬਈ ਬਾਹਰੀ ਬੇਸ਼ੱਕ ਕਿੰਨਾ ਵੀ ਹਜ਼ਾਰਾਂ ਸੂਰਜ ਚੰਦਰਮਾ ਚੜ੍ਹ ਆਉਣ, ਜਿਵੇਂ ਆਪਾਂ ਤਾਂ ਦੀਵੇ ਛੋਟੇ ਛੋਟੇ ਬਾਲਦੇ ਹਾਂ, ਤੇ ਮਹਾਰਾਜ ਨੇ ਸੂਰਜ ਕਿੱਡਾ, ਚੰਦਰਮਾ ਕਿੱਡਾ, ਇਹਨਾਂ ਦੀ ਉਦਾਹਰਨ ਦਿੱਤੀ। ਬਈ ਚਾਹੇ ਹਜ਼ਾਰਾਂ ਹੀ ਸੂਰਜ, ਹਜ਼ਾਰਾਂ ਚੰਦਰਮਾ ਚੜ੍ਹੇ ਆਉਣ, ਪਰ ਗੁਰੂ ਤੋਂ ਬਿਨਾਂ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਖਤਮ ਨਹੀਂ ਹੁੰਦਾ। ਬਾਹਰੀ ਗਿਆਨ ਦੀ ਗੱਲ ਕਰਦੇ ਵੀ ਬਾਹਰੀ ਸਾਨੂੰ ਕਿੰਨਾ ਵੀ ਗਿਆਨ ਹੋ ਜੇ, ਜਿਵੇਂ ਅਸੀਂ ਬਾਹਰ ਹਜ਼ਾਰਾਂ ਦੀਵੇ ਬਾਲ ਲਈਏ, ਲੱਖਾਂ ਬਾਲ ਲਈਏ, ਪਰ ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਇਸ ਲਈ ਸਤਿਗੁਰੂ ਫਰਮਾਉਂਦੇ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਕਿ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਗੁਰੂ ਤੋਂ ਬਿਨਾਂ ਸਾਡੇ ਜਿਹੜੇ ਸ਼ੰਕੇ, ਸਾਡੇ ਵਹਿਮ, ਸਾਡੀ ਅਗਿਆਨਤਾ ਇਹ ਖਤਮ ਨਹੀਂ ਹੁੰਦੀ ਹੈ। ਇਸ ਵਾਸਤੇ ਫਿਰ ਭਗਤਾਂ ਨੇ ਤਾਂਹੀਓ ਆਖਿਆ ਬਈ ਸਾਡੇ ਵਾਸਤੇ ਤਾਂ ਤੇਰਾ ਨਾਮ ਹੀ ਦੀਵਾ ਹੈ, ਇਹੋ ਸਾਡੇ ਵਾਸਤੇ ਬੱਤੀ ਹੈ, ਤੇ ਨਾਮ ਦਾ ਹੀ ਅਸੀਂ ਤੇਲ ਪਾਏ, ਜਿਹਦੇ ਨਾਲ
ਸਾਰੇ ਸਾਡੇ ਅੰਦਰ ਉਜਾਰਾ ਹੋ ਗਿਆ ਤੇ ਸਾਰੇ ਭਵਨਾਂ ਦੇ ਵਿੱਚ ਵੀ ਜਿਹਦੇ ਨਾਲ ਉਜਾਰਾ ਹੁੰਦਾ ਨਾਮ ਜੋਰ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਅੰਦਰਲਾ ਦੀਪਕ ਬਾਲਣ ਨੂੰ ਆਖਿਆ ਵੀ ਉਹ ਬਲਦਾ ਹੈ ਗਿਆਨ ਦੁਆਰਾ। ਪਹਿਲਾਂ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਜਿਵੇਂ ਹੁਣ ਪਿਆ ਤਾਂ ਸਾਡੇ ਅੰਦਰ ਹੀ ਸਾਰਾ ਕੁਛ, ਪਰ ਜੇ ਹਨੇਰਾ ਹੋਵੇ ਤੇ ਸਾਨੂੰ ਦਿਖਾਈ ਨਹੀਂ ਦਿੰਦਾ ਵੀ ਕਿਹੜੀ ਚੀਜ਼ ਕਿੱਥੇ ਪਈ ਹੈ। ਜੇ ਹਨੇਰਾ ਭੱਪ ਹੋਵੇ ਪਤਾ ਨਹੀਂ ਲੱਗਣਾ। ਜੇ ਸਾਡੇ ਕੋਲ ਚਾਨਣ ਹੋਵੇ ਤੇ ਚਾਨਣ ਦੇ ਵਿੱਚ ਹਰ ਇੱਕ ਚੀਜ਼ ਦਿਸਦੀ, ਫਿਰ ਅਸੀਂ ਉਹ ਸਹਿ ਸਵਾਈ ਉੱਥੋਂ ਚੀਜ਼ ਜਿੱਥੇ ਪਈ ਆ ਉੱਥੋਂ ਜਾ ਕੇ ਲੈ ਸਕਦੇ। ਤੇ ਜੇ ਹਨੇਰਾ ਹੈ ਚਾਹੇ ਕੋਲ ਹੀ ਪਈ ਹੋਵੇ ਸਾਨੂੰ ਪਤਾ ਹੀ ਨਹੀਂ ਲੱਗਣਾ ਹਨੇਰੇ 'ਚ। ਇਸੇ ਤਰ੍ਹਾਂ ਹੀ ਹੁਣ ਜਦ ਤੱਕ ਸਾਡੇ ਅੰਦਰ ਗਿਆਨ ਦਾ ਉਜਾਰਾ ਨਹੀਂ ਹੁੰਦਾ ਪਹਿਲਾਂ, ਉਹਨਾਂ ਸਮਾਂ ਫਿਰ ਸਾਨੂੰ ਇਹ ਸਾਡੇ ਅੰਦਰ ਦਾ ਭੇਤ ਨਹੀਂ ਆਉਂਦਾ। ਤਾਂਹੀਓ ਫਿਰ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਸਾਡੇ ਇਹਨਾਂ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਪਾਇਆ ਜਾਂਦਾ, ਸੁਰਮਾ, ਜਿਹਦੇ ਨਾਲ ਫਿਰ ਇਹ ਹਨੇਰਾ ਜਿਹੜਾ ਖਤਮ ਹੁੰਦਾ ਤੇ ਗਿਆਨ ਦਾ ਚਾਨਣ, ਗਿਆਨ ਦਾ ਦੀਪਕ ਬਲਦਾ। ਮਹਾਰਾਜ ਫਰਮਾਉਂਦੇ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਿ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਏ, ਸਾਡੇ ਇਹਨਾਂ ਨੇਤਰਾਂ 'ਚ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ, ਅੰਜਨ, ਜਿਹਦੇ ਨਾਲ ਫਿਰ ਇਹ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਤੇ ਗਿਆਨ ਦਾ ਚਾਨਣ ਪ੍ਰਕਾਸ਼ ਚੜ੍ਹਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਵੀ ਪੂਰਨਮਾਸ਼ੀ ਤੇ ਚੰਦਰਮਾ ਪੂਰਾ ਚੜ੍ਹ ਆਉਂਦਾ ਤੇ ਦਿਨ ਵਾਂਗੂ ਚਾਨਣ ਹੁੰਦਾ, ਚਿੱਟਾ ਚਾਨਣ। ਹੁਣ ਇਸੇ ਤਰ੍ਹਾਂ ਹੀ ਜਦੋਂ ਸਾਡੇ ਅੰਦਰ ਦੀਪਕ ਬਲਦਾ ਫਿਰ ਸਾਡੇ ਅੰਦਰ ਪ੍ਰਕਾਸ਼ ਹੋ ਜਾਂਦਾ। ਸਾਨੂੰ ਸਾਰਾ ਕੁਛ ਜਿਵੇਂ ਪੂਰਨਮਾਸ਼ੀ ਦੀ ਰਾਤ ਦੂਰ ਤੱਕ ਦਿਸਦਾ, ਦਿਨ ਵਾਂਗੂ ਆਪਾਂ ਦੇਖ ਸਕਦੇ ਹਾਂ, ਸਾਰਾ ਕੁਛ ਨਜ਼ਰ ਆਉਂਦਾ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ, ਗੁਰ ਪ੍ਰਸਾਦੀ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜ੍ਹਿਆ। ਬਈ ਗੁਰੂ ਦੀ ਕਿਰਪਾ ਦੁਆਰਾ ਅਸੀਂ ਉਹ ਘਰ ਲੱਭ ਲਿਆ, ਸਹਿਜ ਘਰ, ਜਿੱਥੇ ਉਹ ਚੰਦ ਚੜ੍ਹਦਾ, ਜਿੱਥੇ ਉਹ ਦੀਪਕ ਹੈ, ਜਿੱਥੇ ਉਹ ਪ੍ਰਕਾਸ਼। ਤੇ ਜਦੋਂ ਉਹ ਪ੍ਰਕਾਸ਼ ਹੋ ਗਿਆ ਤੇ ਜਿਹੜਾ ਹਨੇਰਾ ਸੀ ਉਹ ਮਿਟ ਗਿਆ ਤੇ ਚੰਦ ਚੜ੍ਹਿਆ ਹੈ, ਪ੍ਰਕਾਸ਼ ਹੋ ਗਿਆ। ਤੇ ਜਦੋਂ ਪ੍ਰਕਾਸ਼ ਹੋ ਗਿਆ ਤੇ ਸਾਨੂੰ ਸਾਰਾ ਕੁਛ ਨਜ਼ਰ ਆਉਣ ਲੱਗ ਜਾਂਦਾ। ਸਾਨੂੰ ਪਰਮਾਤਮਾ ਵੀ ਦਿਸੇਗਾ, ਆਤਮਾ ਵੀ ਦਿਸੇਗੀ, ਮਨ ਵੀ ਦਿਸੇਗਾ। ਤੇ ਜਦ ਤੱਕ ਹੁਣ ਹਨੇਰਾ ਤੇ ਹਨੇਰੇ ਵਿੱਚ ਕੁਛ ਦਿਖਾਈ ਨਹੀਂ ਦਿੰਦਾ, ਨਾ ਸਾਨੂੰ ਮਾਲਕ ਦਿਸੇ, ਨਾ ਸਾਨੂੰ ਆਤਮਾ ਨਜ਼ਰ ਆਵੇ, ਨਾ ਸਾਨੂੰ ਮਨ ਦਾ ਸਰੂਪ ਨਜ਼ਰ ਆਵੇ, ਨਾ ਸਾਨੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿਸਣ, ਨਾ ਸਾਨੂੰ ਇਹ ਧਰਮ ਰਾਏ ਚਿਦਰ ਗੁਪਤ ਹੋਣੀ ਇਹ ਨਜ਼ਰ ਆਉਣ, ਕਿਉਂਕਿ ਹਨੇਰਾ ਹਨੇਰੇ 'ਚ ਦਿਸਦੇ ਨਹੀਂ। ਤੇ ਜਦੋਂ ਚੰਨ ਚੜ੍ਹਿਆ, ਜਦੋਂ ਪ੍ਰਕਾਸ਼ ਹੋ ਗਿਆ ਤੇ ਸਾਨੂੰ ਸਾਰਾ ਕੁਛ ਨਜ਼ਰ ਆਉਣ ਲੱਗ ਜਾਂਦਾ। ਇਸ ਕਰਕੇ ਫਿਰ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋਏ ਆ ਗੁਰਮੁਖਾਂ ਦੇ, ਉਹਨਾਂ ਨੇ ਫਿਰ ਜੋ ਜੋ ਦੇਖਿਆ ਉਹਨਾਂ ਨੇ ਉਹ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦੱਸ ਦਿੱਤਾ, ਸਮਝਾ ਦਿੱਤਾ, ਵੀ ਜਾ ਕੇ ਅਸੀਂ ਭਰਮ 'ਚ ਨਾ ਰਹੀਏ, ਵੀ ਸਾਨੂੰ ਵੀ ਸੋਝੀ ਹੋ ਜੇ, ਸਾਨੂੰ ਵੀ ਗਿਆਨ ਹੋ ਜੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਸਤਸੰਗ 'ਚ ਆਉਂਦੇ ਹਾਂ, ਫਿਰ ਆਪਾਂ ਨੂੰ ਦੱਸਦੇ ਵੀ ਸਿਮਰਨ ਕਰੋ। ਆਪਾਂ ਸਿਮਰਨ ਕਰਦੇ ਹਾਂ, ਫਿਰ ਗੁਰੂ ਵਾਲੇ ਬਣਦੇ ਹਾਂ ਤੇ ਫਿਰ ਆਪਦੇ ਘਰ ਜਾਂਦੇ ਹਾਂ, ਸਹਿਜ ਘਰ,
ਨਿੱਜ ਘਰ ਦੇ ਵਿੱਚ। ਜਦੋਂ ਅਸੀਂ ਆਪਦੇ ਘਰ ਚਲੇ ਗਏ, ਉੱਥੇ ਸਾਡੇ ਘਰ ਦੇ ਵਿੱਚ ਸਦਾ ਹੀ ਪ੍ਰਕਾਸ਼ ਹੈ। ਉਹ ਜਿਹੜਾ ਦੀਪਕ ਉਹ ਕਦੇ ਬੁਝਦਾ ਨਹੀਂ। ਜਿਵੇਂ ਇਹ ਦੀਵੇ ਦਾ ਆਪਾਂ ਬਾਲ ਦਿੰਦੇ ਹਾਂ, 2-4 ਘੰਟਿਆਂ ਨੂੰ ਬੁੱਝ ਜਾਣਗੇ, ਅਵਲਾ ਤਾਂ ਹੁਣ ਬੁਝੀ ਗਈ, ਕੁਝ ਆ ਥੋੜ੍ਹੇ ਟਾਈਮ ਤੱਕ ਫਿਰ ਬੁੱਝ ਜਾਣੀ, ਜਗਦੇ ਨਹੀਂ ਰਹਿਣੇ। ਸਾਡੇ ਅੰਦਰ ਜਿਹੜਾ ਦੀਪਕ ਉਹ ਸਦਾ ਜਲਦਾ, ਉਹ ਕਦੇ ਬੁਝਦਾ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਉਹ ਦੀਪਕ ਹੈ ਜਿਹੜਾ ਜੇ ਤੁਸੀਂ ਉਹ ਬਾਲ ਲਿਆ ਉਹ ਕਦੇ ਬੁਝੇਗਾ ਨਹੀਂ, ਉਹ ਸਦਾ ਜਗਦਾ, ਉਹਦਾ ਸਦਾ ਚਾਨਣਾ। ਅਤੇ ਆਪਣੇ ਘਰ ਦੇ ਵਿੱਚ ਉਹ ਨਾਮ ਹੈ, ਅਤੇ ਨਾਮ ਦਾ ਉਜਾਰਾ ਫਿਰ ਸਾਡੇ ਘਰ ਦੇ ਵਿੱਚ ਸਦਾ ਰਹਿੰਦਾ। ਉੱਥੇ ਬ੍ਰਹਮ ਜੋਤ ਦਾ ਪ੍ਰਕਾਸ਼ ਹੈ ਅਤੇ ਉੱਥੇ ਸਦਾ ਹੀ ਦਿਨ ਚੜ੍ਹਿਆ ਰਹਿੰਦਾ। ਆਪਣੇ ਘਰ ਦੇ ਵਿੱਚ ਕਦੇ ਹਨੇਰਾ ਹੁੰਦਾ ਹੀ ਨਹੀਂ। ਤਾਈਓ ਮਾਰੇ ਸਾਨੂੰ ਦੱਸਦੇ ਵੀ ਜਦੋਂ ਅਸੀਂ ਆਪਦੇ ਘਰ ਜਾਂਦੇ ਫਿਰ ਉਹ ਸਾਡੇ ਅੰਦਰ ਜਿਹੜਾ ਦੀਪਕ ਉਹ ਦੀਪਕ ਜਲ ਪੈਂਦਾ। ਮਹਾਰਾਜ ਕਹਿੰਦੇ ਸਤਿਗੁਰ ਸ਼ਬਦ ਯਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੂਪ। ਬੈਸਮਨ ਬੇਸਮ ਭਈ ਜੋ ਵੇਖਿਓ, ਕਹਿਣ ਨਾ ਜਾਈ ਵਡਿਆਈ। ਮਗਨ ਭਈ ਉਹਾਂ ਸੰਗ ਮਾਤੇ ਓਤ ਬੋਤ ਲਪਟਾਈ। ਬਈ ਜਦੋਂ ਆਪਦੇ ਘਰ ਗਏ, ਸਤਿਗੁਰਾਂ ਨੇ ਉਹ ਉਜਾਰਾ, ਉਹ ਦੀਪਕ, ਉਹ ਨਾਮ, ਜਦੋਂ ਆਪਾਂ ਸਤਿਗੁਰਾਂ ਦੀ ਸ਼ਰਨ ਚਲੇ ਜਾਂਦੇ ਉਹ ਸਾਨੂੰ ਫਿਰ ਨਾਮ ਦੀ ਦਾਤ ਦਿੰਦੇ, ਜਿਸ ਨੂੰ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਫਿਰ ਉੱਥੇ ਸਾਡੇ ਅੰਦਰ ਨਾਮ ਦਾ ਪ੍ਰਕਾਸ਼, ਬ੍ਰਹਮ ਜੋਤ ਦਾ ਪ੍ਰਕਾਸ਼, ਫਿਰ ਉਹ ਸਾਡੇ ਅੰਦਰ ਦੀਪਕ ਬਲ ਜਾਂਦਾ ਅਤੇ ਸਾਡੇ ਅੰਦਰ ਜਿਹੜਾ ਹਨੇਰਾ ਹੁੰਦਾ ਉਹ ਸਾਰਾ ਖਤਮ ਹੋ ਜਾਂਦਾ। ਸਤਿਗੁਰ ਸ਼ਬਦ ਯਾਰੋ ਦੀਪਾ, ਬਿਨਸਿਓ ਅੰਧਕਾਰ, ਵੀ ਜਿਹੜਾ ਅੰਧਕਾਰ ਸੀ ਉਹ ਬਿਨਸ ਗਿਆ, ਉਹ ਖਤਮ ਹੋ ਗਿਆ। ਦੀਵਾ ਬਲੇ ਅੰਧੇਰਾ ਜਾਏ, ਵੀ ਜਦੋਂ ਦੀਵਾ ਬਲ ਗਿਆ, ਹਨੇਰਾ ਸੀ ਜਿਹੜਾ ਉਹ ਹਨੇਰਾ ਖਤਮ ਹੋ ਗਿਆ। ਅਤੇ ਫਿਰ ਸਾਨੂੰ ਸਾਡੇ ਅੰਦਰ ਵੀ ਅਤੇ ਬਾਹਰ ਵੀ ਸਾਨੂੰ ਫਿਰ ਸਾਰਾ ਕੁਛ ਨਜ਼ਰ ਆਉਂਦਾ ਹੈ। ਜਦ ਤੱਕ ਹੁਣ ਉਹ ਦੀਪਕ ਸਾਡੇ ਅੰਦਰ ਵਲਦਾ ਨਹੀਂ, ਉਹਨਾਂ ਸਮਾਂ ਸਾਨੂੰ ਨਜ਼ਰ ਨਹੀਂ ਆਉਂਦਾ। ਨਾ ਤਾਂ ਸਾਨੂੰ ਸਾਡੇ ਅੰਦਰ ਦਿਸਦਾ ਵੀ ਇਹ ਸਰੀਰ ਦੇ ਵਿੱਚ ਕੌਣ ਬੋਲਦਾ, ਕੌਣ ਦੇਖਦਾ, ਕੌਣ ਸੁਣਦਾ, ਉਹਦੀ ਸਾਨੂੰ ਪਹਿਚਾਣ ਨਹੀਂ। ਨਾ ਸਾਨੂੰ ਬਾਹਰ ਮਾਲਕ ਦਿਖਾਈ ਦਿੰਦਾ। ਜੇ ਦਿਸਦਾ ਇਹ ਸਿਰਫ ਇਹ ਸਰੀਰ ਦਿਸਦਾ, ਚਮੜਾ ਜਿਹੜਾ ਕਿ ਨਾਸਵਾਨ ਹੈ, ਜਿਹੜਾ ਮਾਇਆ, ਜਿਹੜਾ ਮਿਥਿਆ ਹੋਈ, ਜਿਹੜਾ ਇਹਦੇ ਅੰਦਰ ਵਸਦਾ ਨਾ ਤਾਂ ਉਹ ਦਿਸਦਾ ਅਤੇ ਨਾ ਜੋ ਬਾਹਰ ਮਾਲਕ ਸਵੱਸ ਦੇ ਕੇ ਜਿਉਂਦਾ ਰੱਖ ਰਿਹਾ ਉਹ ਦਿਸਦਾ। ਐਸੀ ਅਵਸਥਾ 'ਚ ਫਿਰ ਕਹਿੰਦੇ ਬਈ ਇਹਨਾਂ ਦਾ ਦੀਵਾ ਜਿਹੜਾ ਇਹ ਬੁਝਿਆ ਹੋਇਆ ਹੈ, ਬਈ ਇਹਨਾਂ ਦਾ ਦੀਪਕ ਬਲਿਆ ਨਹੀਂ। ਜੇ ਦੀਪਕ ਬਲਿਆ ਹੋਵੇ ਤਾਂ ਦਿਖਾਈ ਦੇਵੇ ਵੀ ਇਹਨਾਂ ਦੇ ਘਰ ਦੇ ਵਿੱਚ ਹਨੇਰਾ ਹੈ। ਮਨਮੁਖ ਕੋਠੀ ਅਗਿਆਨ ਅੰਧੇਰਾ, ਵੀ ਮਨਮੁਖ ਦੀ ਕੋਠੀ, ਮਨਮੁਖ ਦੇ ਘਰ ਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ ਅਤੇ ਗੁਰਮੁਖਾਂ ਦੇ ਘਰ ਸਦਾ ਚਾਨਣ, ਸਦਾ ਪ੍ਰਕਾਸ਼ ਮਾਲਕ ਦਾ। ਇਸ ਵਾਸਤੇ ਫਿਰ ਇਹੋ ਭੇਦ ਸਾਨੂੰ ਆ ਕੇ ਦਿੱਤਾ ਸਤਿਗੁਰਾਂ ਨੇ ਸੰਸਾਰ ਦੇ ਵਿੱਚ। ਜਦੋਂ ਸਾਡੇ ਮਨ ਨੂੰ ਇਸ ਲੋਕ ਦੇ ਵਿੱਚ ਭੇਜਿਆ ਜਾਂਦਾ ਹੈ, ਇਹਨੂੰ ਭੇਜਿਆ ਜਾਂਦਾ ਰਾਜਾ ਬਣਾ ਕੇ। ਇਹ ਜਿਹੜਾ ਸਰੀਰ ਕਾਇਆ, ਇਸ ਨੂੰ ਨਗਰੀ ਕਹਿੰਦੇ, ਅਤੇ ਮਨ ਨੂੰ ਇਸ ਨਗਰੀ ਦਾ, ਇਸ ਦੇਸ਼ ਦਾ, ਇਸ ਨੂੰ ਰਾਜਾ ਬਣਾਏ। ਮਹਾਰਾਜ ਫਰਮਾਉਂਦੇ ਕਾਇਆ ਨਗਰੀ, ਇਹ ਮਨ ਰਾਜਾ। ਹੁਣ ਜਿਉਂ ਹੀ ਰਾਜਾ ਇੱਧਰ ਆਉਂਦਾ ਹੈ, ਰਾਜੇ ਨੂੰ ਪਹਿਲਾਂ
ਟ੍ਰੇਨਿੰਗ ਦਿੱਤੀ ਜਾਂਦੀ ਸਵਰਨ ਮੰਡਲ ਬੇਗਮਪੁਰੀ ਸ਼ਹਿਰ ਦੇ ਵਿੱਚ ਬਈ ਤੈਨੂੰ ਉਸੇ ਰਾਜਾ ਬਣਾ ਕੇ ਭੇਜਣਾ ਹੈ ਅਤੇ ਉਸੇ ਨਗਰੀ ਦੇ ਉੱਤੇ ਤੂੰ ਰਾਜ ਕਰਨਾ। ਹੁਣ ਜਦੋਂ ਇਹਨੂੰ ਰਾਜੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਉੱਥੇ ਸੁਖਮਕਾਰ ਹੁੰਦੇ ਅਤੇ ਉੱਥੇ ਸਾਰਿਆਂ 'ਤੇ ਮਨ ਰਾਜ ਕਰਦਾ ਅਤੇ ਇਹਦੇ ਰਾਜ ਦੇ ਵਿੱਚ ਸਾਰੇ ਜੀਵ ਸੁਖੀ ਹੁੰਦੇ ਆਨੰਦ ਦੇ ਵਿੱਚ। ਅਤੇ ਜਦੋਂ ਇਹਨੂੰ ਰਾਜੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਇੱਧਰ ਕਾਲ ਵੀ ਦੇਖਦਾ ਅਤੇ ਕਾਲ ਦੇ ਜਰਨੈਲ ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਵੀ ਦੇਖਦੇ ਵੀ ਮਨ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ। ਹੁਣ ਸਾਰੀ ਟ੍ਰੇਨਿੰਗ ਦੇ ਕੇ ਮਨ ਵਾਸਤੇ ਮਹਿਲ ਬਣਾ ਕੇ ਰਾਜੇ ਵਾਸਤੇ ਸਪੈਸ਼ਲ ਫਿਰ ਇਹਨੂੰ ਇਸ ਮਤਲਬ 'ਚ ਭੇਜਿਆ ਜਾਂਦਾ ਵੀ ਹੁਣ ਜਾਓ ਅਤੇ ਮੈਂ ਦੇਖਾਂਗਾ ਤੁਸੀਂ ਕਿਵੇਂ ਰਾਜ ਕਰਦੇ ਹੋ। ਹੁਣ ਜਿਉਂ ਹੀ ਮਨ ਰਾਜਾ ਇੱਧਰ ਆਉਂਦਾ ਹੈ ਨਿਜ ਮਹਿਲ 'ਚ ਆਇਆ, ਪਹਿਲਾਂ ਪਰਲੋਕ 'ਚੋਂ ਆਇਆ ਜਿਹੜਾ ਸਾਡਾ ਦੇਸ਼ ਹੈ ਬੇਗਮਪੁਰਾ ਸ਼ਹਿਰ ਉੱਥੋਂ ਆਇਆ, ਪਹਿਲਾਂ ਨਿਜ ਮਹਿਲ 'ਚ ਆਇਆ ਅਤੇ ਨਿਜ ਮਹਿਲ ਦੇ ਵਿੱਚੋਂ ਇੱਧਰ 9 ਦਰਾਂ 'ਚ ਪ੍ਰਵੇਸ਼ ਹੋਇਆ ਕਾਲ ਦੇ ਦੇਸ਼ ਦੇ ਵਿੱਚ। ਹੁਣ ਕਾਲ ਹੈ ਜਿਹੜਾ ਇਹ ਜੋ ਵੀ ਭੇਟਾ ਲੈ ਕੇ ਇਹਦੇ ਕੋਲ ਸੀ ਇਹ ਦਰ ਦੇ ਉੱਤੇ ਖੜਾ ਹੋ ਜਾਂਦਾ ਮਹਿਲ ਦੇ ਵੀ ਮਨ ਰਾਜਾ ਮੇਰੇ ਦੇਸ਼ ਦੇ ਵਿੱਚ ਆ ਰਿਹਾ। ਜਿਉਂ ਹੀ ਰਾਜਾ ਇੱਧਰ ਆਇਆ ਅਤੇ ਕਾਲ ਨੇ ਨਮਸਕਾਰ ਕੀਤੀ ਅਤੇ ਭੇਟਾ ਅੱਗੇ ਰੱਖੀ। ਮਹਾਰਾਜ ਗੁਰਬਾਣੀ ਜਿੱਥੇ ਫਰਮਾਉਂਦੇ ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ। ਬਈ ਕਾਲ ਨੇ ਜੋ ਵੀ ਸੇਵਾ ਸੀ ਉਹ ਅੱਗੇ ਭੇਟਾ ਕੀਤੀ ਅਤੇ ਇੱਧਰ ਦੇਸ਼ ਦੇ ਵਿੱਚ ਨਾਲ ਨਾਲ ਚੱਲਣ ਲੱਗੀ ਆ ਰਾਜੇ ਜੀ। ਰਾਜਾ ਆਇਆ ਦੇਖਣ ਬਈ ਮੇਰੇ ਰਾਜ ਦੇ ਵਿੱਚ ਬਈ ਇਹ ਰਾਜ ਠੀਕ ਚੱਲ ਰਿਹਾ, ਕਿਸੇ ਨਾਲ ਕੋਈ ਅਨਿਆਂ ਤਾਂ ਨਹੀਂ ਹੋ ਰਿਹਾ, ਕਿਸੇ ਨਾਲ ਕੋਈ ਧੱਕਾ ਤਾਂ ਨਹੀਂ ਹੋ ਰਿਹਾ ਪ੍ਰਜਾ ਦੇ ਨਾਲ। ਹੁਣ ਕਾਲ ਹੈ ਜਿਹੜਾ ਇਹ ਨਾਲ ਨਾਲ ਚੱਲਣ ਲੱਗਿਆ ਅਤੇ ਇੱਧਰ ਪੰਜ ਦੂਤ ਇਹਦੇ ਜਰਨੈਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਦੇਖਿਆ ਵੀ ਸਾਡਾ ਜੋ ਸਰਦਾਰ ਕਾਲ ਹੈ ਵੀ ਇਹਨੂੰ ਨਮਸਕਾਰ ਕਰਦੇ ਆ ਵੀ ਇਹ ਹੈ ਕੌਣ, ਕਿਉਂਕਿ ਇੱਧਰ ਦੇਸ਼ ਦੇ ਵਿੱਚ ਇਹਨਾਂ ਪੰਜਾਂ ਨੇ ਆਪਦਾ ਰਾਜ ਚਲਾਇਆ ਹੋਇਆ। ਇਹ ਕੀ ਕਰਦੇ ਇੱਧਰ ਸਾਰਿਆਂ ਨੂੰ ਦੌਦਾ 'ਚ ਪਾ ਕੇ ਸਾਰਿਆਂ ਨੂੰ ਬਿਖ ਜ਼ਹਿਰ ਦੇ ਕੇ ਸਵਾ ਦਿੰਦੇ ਅਤੇ ਇਹ ਰਾਜ ਜਿਹੜਾ ਆਪ ਸੰਭਾਲ ਲੈਂਦੇ ਅਤੇ ਉਹਨਾਂ ਤੋਂ ਫਿਰ ਆਪਦੀ ਗੁਲਾਮੀ ਕਰਾਉਂਦੇ ਰਾਜਿਆਂ ਤੋਂ। ਅਤੇ ਜਿਹੜੇ ਪਰਮਾਤਮਾ ਦੇ ਭਗਤ ਜਿਹੜਾ ਮਨ ਜਾਗਦਾ ਉਹਨਾਂ ਨੂੰ ਸਲਾਮ ਕਰਦੇ, ਉਹਨਾਂ ਨੂੰ ਨਮਸਕਾਰ ਕਰਦੇ ਅਤੇ ਬਾਕੀਆਂ ਤੋਂ ਆਪਦਾ ਪਾਣੀ ਭਰਾਉਂਦੇ, ਆਪਦੀ ਗੁਲਾਮੀ ਕਰਾਉਂਦੇ। ਅਤੇ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਰਾਜਾ ਹੈ ਅਤੇ ਇਹਨਾਂ ਨੇ ਵੀ ਇਹਨੂੰ ਨਮਸਕਾਰ ਕਰਨੀ ਸ਼ੁਰੂ ਕੀਤੀ। ਮਹਾਰਾਜ ਫਰਮਾਉਂਦੇ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ ਰਾਮ ਭਗਤ ਕੇ ਪਾਣੀ ਹਾਰ ਜਗਤ ਵਾਸਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੀ ਸਲਾਮ। ਜਿਹੜਾ ਗੋਬਿੰਦ ਦਾ ਭਗਤ ਉਹਨੂੰ ਸਲਾਮ ਕਰਦੇ। ਹੁਣ ਜਦੋਂ ਇਹਨੂੰ ਸਲਾਮ ਕੀਤੀ ਰਾਜੇ ਨੂੰ ਅਤੇ ਕਾਲ ਨੇ ਇਹਨਾਂ ਨੂੰ ਸੈਨਤ ਨਾਲ ਸਮਝਾਇਆ ਵੀ ਇਹ ਰਾਜਾ ਹੈ, ਆਪਣੇ ਦੇਸ਼ ਵਿੱਚ ਆਇਆ, ਇਹਨੂੰ ਪਤਾ ਨਹੀਂ ਲੱਗਣ ਦੇਣਾ ਵੀ ਇੱਧਰ ਆਪਣਾ ਰਾਜ ਚੱਲਦਾ, ਵੀ ਇਹਨੂੰ ਇੰਨੀਆਂ ਸੁੱਖ ਇੰਨੀਆਂ ਸਹੂਲਤਾਂ ਦਿਓ ਵੀ ਇਹਨੂੰ ਰਾਜੇ ਨੂੰ ਸਵਾ ਦੇ ਵੀ ਇਹ ਸੌਂ ਜਾਵੇ। ਜਦੋਂ ਇਹ ਸੌਂ ਗਿਆ ਰਾਜ ਆਪਾਂ ਫਿਰ ਕਰ ਲਾਂਗੇ। ਅਤੇ ਇਸ ਨੂੰ ਫਿਰ ਜਿੰਨੀਆਂ ਸੁੱਖ ਸਹੂਲਤਾਂ ਦੇ ਸਕਦੇ ਸੀ ਉਹ ਦੇਣੀਆਂ ਸ਼ੁਰੂ ਕੀਤੀਆਂ। ਫਿਰ ਇਹ ਕੀ ਕਰਦੇ ਇਸ ਨੂੰ ਘੁਮਾਉਂਦੇ ਘੁਮਾਉਂਦੇ ਇਸ ਨੂੰ ਇਹ ਤਮੋ ਗੁਣ 'ਤੇ ਲੈ ਜਾਂਦੇ ਅਤੇ ਉੱਥੇ ਸ਼ਰਾਬਖਾਨੇ 'ਚ ਲੈ ਜਾਂਦੇ, ਉੱਥੇ ਲਿਜਾ ਕੇ ਇਹਨੂੰ ਮੱਧ ਪਿਆਉਣੀ ਸ਼ੁਰੂ ਕਰ ਦਿੰਦੇ। ਕਾਲ ਕਹਿੰਦਾ ਵੀ ਇਹਨੂੰ ਇੰਨੀ ਮੱਧ ਪਿਆ ਦਿਓ
ਵੀ ਇਹਦੀ ਜਿਹੜੀ ਸੁੱਧ ਬੁੱਧ ਇਹਦੀ ਇਹ ਮਾਰੀ ਜਾਵੇ ਅਤੇ ਫਿਰ ਇਹਨੂੰ ਸਵਾਉਣਾ ਸੌਖਾ ਹੋ ਜਾਏਗਾ, ਫਿਰ ਇਹਨੂੰ ਕਾਬੂ ਕਰਨਾ ਸੌਖਾ ਹੋ ਜਾਏਗਾ। ਉਦੋਂ ਇਹਨੂੰ ਕਾਬੂ ਨਹੀਂ ਕਰ ਸਕਦੇ ਕਿਉਂਕਿ ਰਾਜਾ ਹੈ। ਜੇ ਸੌਂ ਗਿਆ ਤਾਂ ਫਿਰ ਕਾਬੂ ਆ ਜਾਏਗਾ, ਜੇ ਜਾਗਦਾ ਰਿਹਾ ਫਿਰ ਨਹੀਂ ਆ ਸਕਦਾ। ਫਿਰ ਇਹਨਾਂ ਨੇ ਇਸ ਨੂੰ ਮੱਧ ਦੇਣੀ ਸ਼ੁਰੂ ਕੀਤੀ। ਫਿਰ ਇਹ ਪੰਜੇ ਬੈਠ ਕੇ ਸਲਾਹ ਕਰਦੇ ਵੀ ਮੱਧ ਕੌਣ ਬਣੇ, ਕਿਹੜਾ ਕੀ ਬਣੇ ਅਤੇ ਕਿਵੇਂ ਇਹਨੂੰ ਪਿਆਈਏ। ਫਿਰ ਇਕੱਠੇ ਬੈਠ ਕੇ ਇਹਦੇ ਸਲਾਹ ਕਰਦੇ। ਸਲਾਹ ਕਰਕੇ ਫਿਰ ਇੱਕ ਮੱਧ ਬਣ ਜਾਂਦਾ ਹੈ, ਇੱਕ ਉਹ ਪਿਆਲਾ ਬਣ ਜਾਂਦਾ ਹੈ, ਅਤੇ ਇੱਕ ਫਿਰ ਜਾ ਕੇ ਮੂੰਹ ਨੂੰ ਲਾ ਦਿੰਦਾ ਅਤੇ ਫਿਰ ਇਹਨੂੰ ਪਿਆਉਣੀ ਸ਼ੁਰੂ ਕਰ ਦਿੰਦੇ। ਕਿਵੇਂ ਪਿਆਉਂਦੇ ਮਹਾਰਾਜ ਦੱਸਦੇ, ਕਹਿੰਦੇ ਕਲ ਕਲਵਾਲੀ ਕਾਮ ਮੱਧ ਮਨੁਆ ਪੀਵਨਹਾਰ ਕ੍ਰੋਧ ਕਟੋਰੀ ਮੋਹ ਭਰੀ ਲਾਵਾ ਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ। ਬਈ ਇਸ ਨੇ ਫਿਰ ਇਹ ਮੱਧ ਜਿਹੜੀ ਸੀ ਇਹਨੂੰ ਦੇਣੀ ਸ਼ੁਰੂ ਕੀਤੀ, ਸ਼ਰਾਬ ਦੇਣੀ ਸ਼ੁਰੂ ਕਰਤੀ। ਇਹ ਪੀਣ ਲੱਗ ਗਿਆ। ਹੁਣ ਇਹ ਦਿੱਤੇ ਹੀ ਜਾਂਦੇ ਅਤੇ ਪੀਤੀ ਜਾਂਦਾ। ਹੁਣ ਇਹ ਪੰਜ ਫਿਰ ਘਰ ਤੋਂ ਪੁੱਛਦੇ ਵੀ ਤੁਸੀਂ ਤਾਂ ਕਹਿੰਦੇ ਸੀ ਇਹਨੂੰ ਨਸ਼ਾ ਹੋ ਜਾਏਗਾ, ਤਾਂ ਪੀਣੋਂ ਹੀ ਨਹੀਂ ਹਟਦਾ, ਪੀਤੀ ਜਾਂਦਾ। ਵੀ ਕਿਵੇਂ ਪਤਾ ਲੱਗੇ ਵੀ ਇਹਨੂੰ ਨਸ਼ਾ ਚੜ੍ਹਦਾ ਵੀ ਹੈ ਕਿ ਜਾਂ ਨਹੀਂ ਚੜ੍ਹਦਾ। ਫਿਰ ਕਾਲ ਕਹਿੰਦਾ ਵੀ ਇਹਨੂੰ ਦੇਣੀ ਬੰਦ ਕਰ ਦਿਓ। ਵੀ ਜਦੋਂ ਬੰਦ ਕਰੋਗੇ, ਜੇ ਇਹਨੇ ਆਪਦੇ ਆਪ ਮੰਗਣੀ ਸ਼ੁਰੂ ਕਰਤੀ ਵੀ ਸਮਝ ਲਓ ਇਹਨੂੰ ਨਸ਼ਾ ਹੋ ਗਿਆ। ਫਿਰ ਇਹ ਇੱਕਦਮ ਬੰਦ ਕਰ ਦਿੰਦੇ, ਇਹਨੂੰ ਦੇਣੀ ਬੰਦ ਕਰ ਦਿੰਦੇ ਵੀ ਨਹੀਂ ਦੇਣੀ। ਫਿਰ ਇਹ ਆਪਦੇ ਆਪ ਮੰਗਦਾ ਮੈਨੂੰ ਚਾਹੀਦੀ ਆ, ਦਿਓ। ਫਿਰ ਇਹ ਸਮਝ ਜਾਂਦੇ ਵੀ ਹੁਣ ਇਹਨੂੰ ਨਸ਼ਾ ਚੜ੍ਹ ਗਿਆ, ਵੀ ਇਹਦਾ ਜਿਹੜਾ ਸਬਰ ਸੀ ਉਹ ਸਬਰ ਟੁੱਟ ਗਿਆ। ਮਹਾਰਾਜ ਇੱਥੇ ਫਿਰ ਦੱਸਦੇ, ਕਹਿੰਦੇ ਨਾ ਸਬਰ ਹੋਵੇ ਫਿਰ ਮੰਗੇ ਨਾਰਦ ਕਰੇ ਖਵਾਰੀ ਲੱਭ ਅੰਧੇਰਾ ਬੰਦੀ ਖਾਨਾ ਉਗਣ ਪੈਰ ਲਹਾਰੀ। ਫਿਰ ਇਹ ਕਹਿੰਦੇ ਵੀ ਹੁਣ ਇਹਨੂੰ ਨਸ਼ਾ ਹੋ ਗਿਆ, ਹੁਣ ਇਹਨੂੰ ਬੰਨ੍ਹ ਲਓ। ਫਿਰ ਇਹਨੂੰ ਬੰਦੀ ਖਾਨੇ ਦੇ ਵਿੱਚ ਉੱਥੇ ਕੈਦ ਕਰ ਲੈਂਦੇ। ਜਿਵੇਂ ਗਵਾਲੀਅਰ ਦੇ ਵਿੱਚ ਉੱਥੇ ਰਾਜਿਆਂ ਨੂੰ ਬੰਦੀ ਬਣਾ ਕੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਹੋਇਆ ਸੀ, ਇਸੇ ਤਰ੍ਹਾਂ ਹੀ ਸਾਡੇ ਮਨਾਂ ਨੂੰ ਇਹ ਬੰਦੀ ਖਾਨੇ 'ਚ ਬੰਦ ਕਰ ਲੈਂਦੇ, ਕੈਦ ਕਰ ਲੈਂਦੇ। ਲੋਭ ਦੀਆਂ ਪੈਰਾਂ ਦੇ ਵਿੱਚ ਬੇੜੀਆਂ ਪਾ ਦਿੰਦੇ, ਮੋਹ ਦੀ ਗਲ 'ਚ ਫਾਹੀ ਪਾ ਦਿੰਦੇ। ਲੱਭ ਅੰਧੇਰਾ ਬੰਦੀ ਖਾਨਾ ਉਗਣ ਪੈਰ ਲਹਾਰੀ। ਉਗਣਾ ਦੀ ਉਹ ਜਿਹੜੀ ਸੀਗੀ ਇਹਨਾਂ ਨੇ ਪਾ ਦਿੱਤੀ ਜੰਜੀਰ ਪੈਰਾਂ ਦੇ ਵਿੱਚ, ਵੀ ਤਾਂ ਕਿ ਇੱਥੋਂ ਯਾਦ ਨਾ ਹੋ ਸਕੇ, ਵੀ ਇੱਥੋਂ ਭੱਜ ਨਾ ਸਕੇ। ਜਿਵੇਂ ਕਿਸੇ ਨੂੰ ਗੁਲਾਮ ਬਣਾਉਣਾ ਹੋਵੇ, ਉਹ ਸੰਗਲ ਲਾ ਦਿੰਦੇ, ਸੰਗਲ ਲਾ ਕੇ ਬੰਨ੍ਹ ਦਿੰਦੇ ਵੀ ਤਾਂ ਕਿ ਭੱਜ ਨਾ ਸਕੇ। ਇਸੇ ਤਰ੍ਹਾਂ ਹੀ ਮਨ ਨੂੰ ਫਿਰ ਇਹ ਬੰਦੀ ਖਾਨੇ ਦੇ ਵਿੱਚ ਇਹ ਸੰਗਲਾਂ ਨਾਲ ਇੱਥੇ ਨੋਟ ਦਿੰਦੇ, ਬੰਨ੍ਹ ਦਿੰਦੇ। ਹੁਣ ਜਦੋਂ ਇਹਨੂੰ ਬੰਨ੍ਹ ਦਿੰਦੇ ਨਾਲ ਮੱਧ ਪਿਆਈ, ਅਤੇ ਫਿਰ ਇਹਨੂੰ ਪੁੱਛਦੇ। ਕਾਲ ਕਹਿੰਦਾ ਵੀ ਇਹਨੂੰ ਦੇਖੋ ਵੀ ਇਹਦੀ ਸੁੱਧ ਬੁੱਧ ਮਰ ਗਈ ਕਿ ਇਹਨੂੰ ਹਜੇ ਆਪਦਾ ਪਿਛੋਕੜ ਚੇਤੇ ਵੀ ਆ ਕੁਛ ਨਾ ਕੁਛ। ਫਿਰ ਇਹਨੂੰ ਪੁੱਛਦੇ ਵੀ ਤੂੰ ਕੌਣ ਹੈ। ਇਹ ਥੋੜ੍ਹਾ ਸੋਚਦਾ ਹੈ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੈਂ ਕੌਣ। ਫਿਰ ਇਹ ਕਹਿੰਦੇ ਅਸੀਂ ਤੈਨੂੰ ਦੱਸਦੇ ਹਾਂ ਵੀ ਤੂੰ ਰਾਜਾ। ਮਨ ਨੂੰ ਕਹਿੰਦੇ ਤੈਨੂੰ ਦੱਸਦੇ ਹਾਂ ਵੀ ਤੂੰ ਰਾਜਾ, ਤੂੰ ਸਾਡੇ ਦੇਸ਼ ਵਿੱਚ ਆਇਆ, ਇਹ ਸਾਡਾ ਦੇਸ਼, ਅਤੇ ਤੇਰੇ ਰਾਜ ਵਾਸਤੇ ਤੇਰੇ ਲਈ ਇੱਕ ਸਪੈਸ਼ਲ ਮਹਿਲ ਬਣਾਇਆ। ਮਹਿਲ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਰੱਖੀਆਂ ਤੇਰੇ ਵਾਸਤੇ। ਤੈਨੂੰ ਪਤਾ ਵੀ ਤੂੰ ਰਾਜਾ ਹੈ ਅਤੇ ਤੇਰਾ ਮਹਿਲ ਕਿੱਥੇ। ਇਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਵੀ ਮੈਂ ਰਾਜਾ, ਅਤੇ ਤੁਸੀਂ ਕਿਹੜੇ ਮਹਿਲ ਦੀ ਗੱਲ ਕਰਦੇ, ਮੈਨੂੰ ਤਾਂ ਆਪਦਾ ਮਹਿਲ ਹੀ ਨਹੀਂ ਪਤਾ, ਚੇਤਾ ਹੀ। ਫਿਰ ਇਹ ਕਹਿੰਦੇ ਵੀ ਤੈਨੂੰ ਪਤਾ ਵੀ ਤੂੰ ਆਇਆ ਕਿੱਥੋਂ।
ਬਈ ਤੂੰ ਕਿਹੜੇ ਰਾਹ ਆਏ ਆ, ਕਿ ਇਹ ਸਾਡੇ ਦੇਸ਼ ਵਿੱਚ ਆਏ ਆ, ਕਿਹੜੇ ਰਸਤੇ ਆਏ ਆ, ਤੈਨੂੰ ਪਤਾ ਕਿਹੜੇ ਰਾਹ ਆਏ ਆ ਤੂੰ? ਇਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕਿਹੜੇ ਰਾਹ ਆਏ ਆ। ਉਹ ਤਾਂ ਪੁੱਛਦੇ ਵੀ ਇਹਨੂੰ ਜੇ ਚੇਤਾ ਤਾਂ ਵੀ ਕਿਤੇ ਵਾਪਸ ਨਾ ਮੁੜ ਜੇ ਉਹ ਰਾਹ। ਵੀ ਜਿਵੇਂ ਕਿਸੇ ਜੀਵ ਨੂੰ ਬੰਦੀ ਬਣਾਉਣਾ ਹੋਵੇ, ਅਗਲਾ ਤਾਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਲੈ ਜਾਂਦੇ ਵੀ ਪਤਾ ਹੀ ਨਾ ਲੱਗੇ ਵੀ ਕਿੱਥੇ ਲੈ ਗਏ। ਫਿਰ ਉਹ ਦੇਖਦੇ ਵੀ ਇਹਨੂੰ ਰਾਹ ਦਾ ਕਿਤੇ ਪਤਾ ਤਾਂ ਨਹੀਂ ਹੈ, ਵੀ ਹੋਰ ਨਾ ਕਿਤੇ ਜੇ ਰਾਹ ਜਾਣਦਾ ਹੋਵੇ ਤਾਂ ਵਾਪਸ ਹੀ ਨਾ ਮੁੜ ਜੇ ਕਿਤੇ ਉਸੇ ਰਾਹ। ਜਦੋਂ ਇਹਨੂੰ ਪੁੱਛਦੇ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਮੈਂ ਕਿਹੜੇ ਰਾਹ ਆਇਆ। ਅਤੇ ਫਿਰ ਇਹ ਕਹਿੰਦੇ ਵੀ ਤੈਨੂੰ ਪਤਾ ਤੇਰਾ ਦੇਸ਼ ਕਿਹੜਾ, ਵੀ ਤੈਨੂੰ ਕਿਹਨੇ ਭੇਜਿਆ? ਮੈਨੂੰ ਤਾਂ ਇਹ ਵੀ ਨਹੀਂ ਪਤਾ ਮੇਰਾ ਕਿਹੜਾ ਦੇਸ਼ ਹੈ ਅਤੇ ਮੈਨੂੰ ਕਿਹਨੇ ਭੇਜਿਆ। ਫਿਰ ਇਹ ਸਮਝ ਜਾਂਦੇ ਵੀ ਇਹਨੂੰ ਹੁਣ ਪੂਰੀ ਮੱਦ ਪੂਰਾ ਜ਼ਹਿਰ ਚੜ੍ਹ ਗਿਆ, ਹੁਣ ਨਹੀਂ ਇੱਥੋਂ ਭੱਜ ਸਕਦਾ ਕਿਸੇ ਪਾਸੇ। ਹੁਣ ਜੇ ਇਹਨੂੰ ਆਪਾਂ ਛੱਡ ਵੀ ਦੇਵਾਂਗੇ ਤਾਂ ਵੀ ਨਹੀਂ ਜਾ ਸਕਦਾ। ਬਈ ਜਿਵੇਂ ਹੁਣ ਇੱਕ ਤਾਂ ਜੀਵ ਨੂੰ ਬੰਨ੍ਹ ਕੇ ਰੱਖਿਆ ਹੋਇਆ, ਜਿਹਨੂੰ ਬੰਨ੍ਹ ਕੇ ਰੱਖਿਆ, ਜੇ ਤਾਂ ਉਹਨੂੰ ਯਾਦ ਆ ਵੀ ਮੇਰਾ ਘਰ-ਬਾਰ ਕਿੱਥੇ ਹੈ, ਮੇਰਾ ਮਾਂ ਪਿਓ ਕੌਣ ਆ, ਮੈਂ ਕਿੱਥੇ ਦਾ ਰਹਿਣ ਵਾਲਾ, ਫਿਰ ਤਾਂ ਉਹ ਡਰ ਹੁੰਦਾ ਉਹਨਾਂ ਨੂੰ ਵੀ ਜੇ ਸੰਗਲ ਖੁੱਲ੍ਹ ਗਿਆ ਅਤੇ ਵੀ ਹੋਰ ਨਾ ਆਪਦੇ ਘਰ ਚਲਾ ਜਾਵੇ, ਆਪਦੇ ਦੇਸ਼ ਨਾ ਭਾਜੇ। ਹੁਣ ਇੱਕ ਜੀਵ ਜਿਹੜਾ ਕਮਲਾ ਹੋ ਗਿਆ, ਵੀ ਜਿਹਨੂੰ ਬਿਲਕੁਲ ਹੀ ਉਹਦੀ ਯਾਦਦਾਸ਼ਤ ਖਤਮ ਹੋ ਗਈ, ਵੀ ਜਿਹਨੂੰ ਇਹ ਵੀ ਨਹੀਂ ਪਤਾ ਵੀ ਮੇਰਾ ਘਰ-ਬਾਰ ਕਿਹੜਾ ਹੈ, ਮੇਰਾ ਮਾਂ ਪਿਓ ਕਿਹੜਾ ਹੈ, ਮੇਰੇ ਘਰ ਨੂੰ ਜਿਹੜਾ ਰਸਤਾ ਜਾਂਦਾ ਉਹ ਰਸਤਾ ਕਿਹੜਾ ਜਾਂਦਾ, ਜਿਹਨੂੰ ਸਾਰਾ ਕੁਛ ਹੀ ਭੁੱਲ ਗਿਆ, ਉਹਦਾ ਜੇ ਸੰਗਲ ਲਾ ਵੀ ਦਿਓ ਤਾਂ ਵੀ ਨਹੀਂ ਜਾ ਸਕਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਜਦੋਂ। ਉਹ ਇਸ ਤਰ੍ਹਾਂ ਫਿਰ ਇਹ ਸਮਝ ਜਾਂਦੇ ਵੀ ਹੁਣ ਇਹ ਤੋਂ ਵਾਪਸ ਨਹੀਂ ਜਾ ਸਕਦਾ। ਅਤੇ ਹੁਣ ਇਹਦੀ ਪੂਰੀ ਸੁੱਧ-ਬੁੱਧ ਮਾਰੀ ਗਈ। ਅਤੇ ਰਕਾਲ ਕਹਿੰਦਾ ਵੀ ਹੁਣ ਇਹਨੂੰ ਬੰਦੀਖਾਨੇ 'ਚ ਬੰਦ ਕਰ ਦਿਓ, ਅਤੇ ਇਹਨੂੰ ਬੰਦੀਖਾਨੇ 'ਚ ਬੰਦ ਕਰ ਦਿੰਦੇ। ਬੰਦ ਕਰਕੇ ਫਿਰ ਇਹਦੇ 'ਤੇ ਜ਼ੁਲਮ ਕਰਦੇ। ਫਿਰ ਬੰਦੀਖਾਨੇ 'ਚ ਇਹਨੂੰ ਨੰਗਿਆਂ ਰੱਖਿਆ ਜਾਂਦਾ, ਉਸੇ ਇਹਨੂੰ ਭੁੱਖਿਆਂ ਰੱਖਿਆ ਜਾਂਦਾ। ਖਾਣ ਨੂੰ ਜਿਹੜਾ ਇਹਦਾ ਭੋਜਨ ਸੀ ਮਨ ਦਾ ਅੰਮ੍ਰਿਤ ਰਸ, ਉਹ ਇਹਦੇ ਤੱਕ ਪਹੁੰਚਣ ਹੀ ਨਹੀਂ ਦਿੰਦੇ। ਮਾਲਕ ਫਿਰ ਵੀ ਭੇਜਦਾ, ਐਡਾ ਦਿਆਲੂ ਹੈ ਵੀ ਰਾਜਾ ਗਿਆ ਹੈ, ਵੀ ਉਹਨੂੰ ਉੱਥੇ ਲੋੜ ਹੈ ਖੁਰਾਕ ਦੀ, ਉਹ ਫਿਰ ਵੀ ਭੇਜਦੇ ਜਦੋਂ ਤੇ ਇਹ ਰਸਤੇ 'ਚ ਚੋਰੀ ਕਰ ਲੈਂਦੇ, ਕਿਉਂਕਿ ਰਾਜਾ ਤਾਂ ਸੌ ਗਿਆ ਇਹਨਾਂ ਦੇ ਕਬਜ਼ੇ ਵਿੱਚ। ਹੁਣ ਜਦੋਂ ਇਹਦੇ ਤੱਕ ਖੁਰਾਕ ਪਹੁੰਚੇਗੀ, ਇਹ ਰਸਤੇ 'ਚ ਖੜ੍ਹੇ ਨੇ, ਇਹ ਰਸਤੇ ਵਿੱਚ ਹੀ ਫਿਰ ਇਹ ਚੋਰੀ ਕਰ ਲੈਂਦੇ, ਉਹ ਰਾਜੇ ਤੱਕ ਪਹੁੰਚਣ ਨਹੀਂ ਦਿੰਦੇ, ਉਹਨੂੰ ਭੁੱਖਾ ਰੱਖਦੇ। ਫਿਰ ਇੱਥੇ ਜਦੋਂ ਇਹ ਖੁਰਾਕ ਚੋਰੀ ਕਰਦੇ, ਇਹਨਾਂ ਨੂੰ ਫਿਰ ਗੁਰਬਾਣੀ 'ਚ ਚੋਰਾਂ ਦਾ ਨਾਮ ਦਿੱਤਾ ਵੀ ਇਹ ਚੋਰ ਨੇ। ਇਹ ਚੋਰ ਸਾਡੀ ਇਸ ਦੇਸ਼ ਦੇ ਅੰਦਰ ਹੀ ਵਸਦੇ ਅਤੇ ਲੁੱਟਦੇ ਵੀ ਸਾਡੇ ਮਨ ਦਾ ਭੋਜਨ ਅੰਮ੍ਰਿਤ ਰਸ। ਮਹਾਰਾਜ ਫਰਮਾਉਂਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਹੁਣ ਇਸੇ ਮਨ ਦੀ ਕੋਈ ਕੂਕ ਪੁਕਾਰ ਸੁਣਨ ਵਾਲਾ ਬੰਦੀਖਾਨੇ 'ਚ ਕੌਣ ਸੁਣੇ, ਕਿਉਂਕਿ ਜਦੋਂ ਬੰਦੀਖਾਨੇ 'ਚ ਉੱਥੇ ਬੰਦੀ ਬਣਾ ਕੇ ਰੱਖਿਆ ਹੋਏ। ਹੁਣ ਇਸੇ ਤਰ੍ਹਾਂ ਹੀ ਜਿਵੇਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਉਹ ਜਿਹੜੇ ਪਹਾੜੀ ਰਾਜੇ ਸੀ, ਉਹਨਾਂ ਨੂੰ ਬੰਦੀਖਾਨੇ ਵਿੱਚ ਉੱਥੇ ਬੰਦ ਕਰਕੇ ਰੱਖਿਆ ਹੋਇਆ ਸੀ। ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉੱਥੇ ਬੰਦੀਖਾਨੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ, ਅਤੇ ਮਹਾਰਾਜ ਨੇ ਫਿਰ ਉੱਥੇ ਜਾ ਕੇ ਇਹ ਭੇਤ ਦੇਣਾ ਸ਼ੁਰੂ ਕੀਤਾ। ਕਥ ਕਹਾਣੀ ਸੁਣਾਉਂਦੇ ਜੀਵਾਂ ਨੂੰ, ਅਤੇ ਉਹਨਾਂ ਨੂੰ ਭੇਤ ਆਉਂਦਾ ਵੀ ਅਸੀਂ ਰਾਜੇ ਹਾਂ, ਸਾਡਾ ਜਿਹੜਾ ਮਨ ਹੈ ਉਹ ਮਨ ਰਾਜਾ। ਫਿਰ ਪਹਿਲਾਂ ਉਹਨਾਂ ਦੇ ਜਿਹੜੇ ਮਨ ਗੁਲਾਮ ਸੀ, ਮਨਾਂ ਨੂੰ ਯਾਦ ਕਰਾਇਆ, ਸੋਝੀ ਦੇ ਕੇ, ਭੇਤ ਦੇ ਕੇ, ਬਈ ਉਹਨਾਂ ਨੇ ਫਿਰ ਜਿਹੜੇ ਗੁਰਮੁਖ ਹੁੰਦੇ
ਜਿਵੇਂ ਗੁਰੂ ਸਾਹਿਬ ਸਤਿਗੁਰੂ, ਜਿਵੇਂ ਇੱਕ ਕੈਦੀ ਹੁੰਦੇ ਜੀਵ ਜੇਲ੍ਹਾਂ ਦੇ ਵਿੱਚ, ਅਤੇ ਜਿਹੜੇ ਸਰਕਾਰੀ ਕਰਮਚਾਰੀ ਹੁੰਦੇ ਉਹਨਾਂ ਨੂੰ ਆਉਣ ਜਾਣ ਦੀ ਖੁੱਲ੍ਹ ਹੁੰਦੀ, ਜਾਂ ਜਿਹੜੇ ਵਕੀਲ ਹੁੰਦੇ ਉਹ ਆ ਜਾ ਸਕਦੇ। ਹੁਣ ਇਸੇ ਤਰ੍ਹਾਂ ਹੀ ਫਿਰ ਜਿਹੜੇ ਗੁਰਮੁਖ ਉਹ ਇਹ ਬੰਦੀਖਾਨੇ ਦੇ ਵਿੱਚ ਆ ਵੀ ਸਕਦੇ ਅਤੇ ਸਾਨੂੰ ਇੱਥੋਂ ਕੱਢ ਕੇ ਵਾਪਸ ਵੀ ਲੈ ਕੇ ਜਾ ਸਕਦੇ। ਉਹ ਫਿਰ ਸਾਨੂੰ ਇਸ ਬੰਦੀਖਾਨੇ ਦੇ ਵਿੱਚ ਹੀ ਮਾਲਕ ਦੀ ਸਿਫਤ, ਮਾਲਕ ਦੀ ਵਡਿਆਈ ਕਰਨ 'ਤੇ ਲਾ ਦਿੰਦੇ। ਬੰਦੀ ਅੰਦਰ ਸਿਫਤ ਕਰਾਵੇ ਬਈ, ਫਿਰ ਉੱਥੇ ਛੇਵੇਂ ਪਾਤਸ਼ਾਹ ਨੇ ਉਹ ਬੰਦੀਖਾਨੇ ਦੇ ਵਿੱਚ ਹੀ ਉਹਨਾਂ ਨੂੰ ਮਾਲਕ ਦੀ ਸਿਫਤ ਸਲਾਹ 'ਤੇ ਲਾ ਦਿੱਤਾ ਵੀ ਤੁਸੀਂ ਵੀ ਸਿਮਰਨ ਕਰੋ। ਜਦੋਂ ਉਹਨਾਂ ਨੂੰ ਸਿਮਰਨ ਕਰਨ 'ਤੇ ਲਾਇਆ ਅਤੇ ਨਾਲ ਨਾਲ ਗਿਆਨ ਦਿੱਤਾ, ਉਹਨਾਂ ਦੇ ਮਨਾਂ ਨੂੰ ਯਾਦ ਕਰਾਇਆ। ਫਿਰ ਜਦੋਂ ਯਾਦ ਕਰਾਇਆ ਅਤੇ ਫਿਰ ਉਹਨਾਂ ਦੇ ਜਿਹੜੇ ਤਨ ਸੀ ਉਹਨਾਂ ਦੇ ਤਨਾਂ ਨੂੰ ਵੀ ਯਾਦ ਕਰਾਇਆ। ਜਦੋਂ ਗੁਰੂ ਸਾਹਿਬ ਨੇ ਆਉਣਾ ਸੀ ਕਿ ਉਹ ਜਹਾਂਗੀਰ ਉਹ ਇੰਨਾ ਭੈਭੀਤ ਹੋ ਗਿਆ। ਵੈਸੇ ਤਾਂ ਗੁਰਮਤਿ ਦੇ ਵਿੱਚ ਇਹ ਮਹਾਰਾਜ ਨੇ ਮਨ੍ਹਾ ਕੀਤਾ ਵੀ ਕਲਾ ਦਿਖਾਉਣੀ ਨਹੀਂ ਹੈ, ਵੀ ਐਸੀ ਕਲਾ ਨਾ ਖੇਡੀਏ ਜਿਸ ਦਰਗੇ ਗਏ ਹਾਰੀਏ, ਵੀ ਇਹ ਕਲਾ ਦਿਖਾਉਣੀ ਮਹਾਰਾਜ ਨੇ ਬੰਦ ਕੀਤੀ ਹੈ। ਪਰ ਜਦੋਂ ਜਹਾਂਗੀਰ ਨੂੰ ਉਹਨਾਂ ਨੇ ਫਿਰ ਉੱਥੇ ਜਹਾਂਗੀਰ ਨੇ ਬੰਦ ਕਰ ਦਿੱਤਾ ਮਹਾਰਾਜ ਨੂੰ ਕਿਲ੍ਹੇ 'ਚ, ਇਹ ਸਿੱਖਾਂ ਨੇ ਫਿਰ ਆਪਸ ਵਿੱਚ ਵਿਚਾਰ ਕੀਤੀ ਵੀ ਇਹ ਜਹਾਂਗੀਰ ਨੂੰ ਵੀ ਕਿਵੇਂ ਇਹਨੂੰ ਫਿਰ ਭੈਭੀਤ ਕੀਤਾ ਜਾਵੇ। ਫਿਰ ਜਿਹੜੇ ਗੁਰਮੁਖ ਭਗਤੀ ਕਰਦੇ ਉਹਨਾਂ ਦਾ ਉਹ ਤਾਂ ਜਾਗਦੇ ਹੁੰਦੇ ਮਨ, ਉਹ ਫਿਰ ਕੋਈ ਵੀ ਰੂਪ ਬਣਾ ਕੇ, ਜਿਵੇਂ ਗੁਰਮੁਖ ਫਿਰ ਉਹ ਰਾਤ ਨੂੰ ਉਹਦੇ ਕੋਲ ਗਏ ਅਤੇ ਉਹ ਸ਼ੇਰ ਦਾ ਰੂਪ ਧਾਰਨ ਕਰਕੇ ਉਹਨਾਂ ਨੇ ਇੰਨਾ ਭੈਭੀਤ ਕੀਤਾ, ਡਰਾਇਆ, ਅਤੇ ਉਹ ਇੰਨਾ ਡਰ ਗਿਆ ਵੀ, ਅਤੇ ਉਹਨੂੰ ਫਿਰ ਮਹਾਰਾਜ ਨੂੰ ਵੀ ਰਿਹਾ ਕਰਨਾ ਪਿਆ। ਸੋ ਇਸੇ ਤਰ੍ਹਾਂ ਫਿਰ ਜਦੋਂ ਉਹਨਾਂ ਨੂੰ ਰਿਹਾ ਕਰਨਾ ਸੀ ਅਤੇ ਫਿਰ ਉਹ ਰਾਜੇ ਬੇਨਤੀ ਕਰਨ ਲੱਗੇ ਵੀ ਤੁਸੀਂ ਸੀ ਅਤੇ ਸਾਡਾ ਵੀ ਇੱਥੇ ਨਾਲ ਨਾਲ ਸਾਡਾ ਅਭਿਆਸ ਹੁੰਦਾ ਸੀ, ਅਤੇ ਤੁਸੀਂ ਚਲੇ ਜਾਓਗੇ ਵੀ ਅਸੀਂ ਤਾਂ ਬਾਅਦ 'ਚੋਂ ਫਿਰ ਬਹੁਤ ਉਦਾਸ ਹੋ ਜਾਵਾਂਗੇ। ਅਤੇ ਫਿਰ ਉਹਨਾਂ ਨੇ 52 ਕਲੀਆਂ ਵਾਲਾ ਉਹ ਚੋਲਾ ਸਲਾ ਕੇ ਫਿਰ ਉਹ ਸਾਰੇ 52 ਜਿਹੜੇ ਰਾਜੇ ਸੀ ਉਹਨਾਂ ਨੂੰ ਉੱਥੋਂ ਤਨ ਦੇ ਰੂਪ ਵਿੱਚ ਵੀ ਨਾਲ ਰਿਹਾ ਕਰਾਇਆ, ਅਤੇ ਉਹਨਾਂ ਦੇ ਜਿਹੜੇ ਮਨ ਸੀ ਉਹ ਮਨਾਂ ਨੂੰ ਵੀ ਰਿਹਾ ਕਰਾਇਆ। ਸੋ ਇਸੇ ਤਰ੍ਹਾਂ ਹੀ ਅੱਜ ਵੀ ਸਤਿਗੁਰੂ ਸਾਡੇ ਜਿਹੜੇ ਮਨ ਬੰਦੀਖਾਨੇ ਵਿੱਚ ਬੰਦ ਨੇ, ਕਿਲ੍ਹੇ ਵਿੱਚ ਬੰਦ ਨੇ, ਇਹਨਾਂ ਨੂੰ ਅੱਜ ਵੀ ਰਿਹਾ ਕਰਾਉਂਦੇ। ਪਰ ਰਿਹਾ ਅਸੀਂ ਹੋਵਾਂਗੇ ਤਾਂ ਹੀ ਜੇ ਅਸੀਂ ਆਪ ਰਿਹਾ ਹੋਣਾ ਚਾਹੁੰਦੇ ਹਾਂ। ਜਿਵੇਂ ਉਹ ਰਾਜੇ ਰਿਹਾ ਤਾਂ ਹੋਏ ਕਿਉਂਕਿ ਉਹ ਚਾਹੁੰਦੇ ਸੀ ਵੀ ਅਸੀਂ ਇੱਥੇ ਬਹੁਤ ਔਖੇ ਹਾਂ, ਦੁਖੀ ਸੀ ਅਤੇ ਉਹ ਰਿਹਾਈ ਚਾਹੁੰਦੇ ਸੀ। ਹੁਣ ਸਾਡਾ ਜਿਹੜਾ ਮਨ ਹੈ, ਜੇ ਤਾਂ ਇੱਥੇ ਦੁੱਖ ਮਹਿਸੂਸ ਕਰੇ ਫਿਰ ਤਾਂ ਇਹ ਰਿਹਾਈ ਵਾਸਤੇ ਬੇਨਤੀਆਂ ਜੋਦੜੀਆਂ ਕਰਦਾ ਵੀ ਮੈਂ ਰਿਹਾ ਹੋਣਾ ਚਾਹੁੰਦਾ, ਇੱਥੋਂ ਬੰਦੀਖਾਨੇ 'ਚੋਂ ਨਿਕਲਣਾ ਚਾਹੁੰਦਾ। ਪਰ ਜੇ ਹੁਣ ਇੱਥੇ ਦੁੱਖ ਮਹਿਸੂਸ ਨਹੀਂ ਕਰਦਾ, ਇਹਦੇ ਇੱਥੋਂ ਰਿਹਾ ਹੋਣਾ ਆਪ ਹੀ ਨਹੀਂ ਚਾਹੁੰਦਾ, ਇੱਥੋਂ ਆਪ ਹੀ ਨਹੀਂ ਨਿਕਲਣਾ ਚਾਹੁੰਦਾ। ਹੁਣ ਜਿਹੜਾ ਆਪ ਹੀ ਨਹੀਂ ਰਿਹਾ ਹੋਣਾ ਚਾਹੁੰਦਾ ਅਤੇ ਉਹਨੂੰ ਰਿਹਾ ਵੀ ਕਰ ਹੀ ਨਹੀਂ ਸਕਦਾ। ਜਿਹੜਾ ਹੁਣ ਆਪ ਹੀ ਬੰਦੀਖਾਨੇ 'ਚ ਬੰਦ ਰਹਿਣਾ ਚਾਹੁੰਦਾ ਉਹਨੂੰ ਹੁਣ ਕੌਣ ਰਿਹਾ ਕਰਾਵੇ, ਕੌਣ ਕੱਢੇ। ਅਤੇ ਜਿਹੜੇ ਚਾਹੁੰਦੇ ਇੱਥੋਂ ਨਿਕਲਣਾ ਬਈ ਅਸੀਂ ਹੁਣ ਇੱਥੋਂ ਨਿਕਲਣਾ ਚਾਹੁੰਦੇ ਹਾਂ ਜੀ, ਅਤੇ ਗੁਰਮੁਖ ਫਿਰ ਉਹਨਾਂ ਨੂੰ ਕੱਢ ਲੈਂਦੇ। ਸਤਿਗੁਰੂ ਅੱਜ ਵੀ ਸਾਡੇ ਮਨਾਂ ਨੂੰ ਇਹ ਬੰਦੀਖਾਨੇ 'ਚੋਂ ਯਾਦ ਕਰਾਉਂਦੇ, ਪਰ ਸ਼ਰਤ ਇਹ ਹੈ ਵੀ ਅਸੀਂ ਨਿਕਲਣ ਵਾਸਤੇ ਰਾਜੀ ਹਾਂ, ਅਸੀਂ ਤਿਆਰ ਹੋਈਏ, ਅਸੀਂ ਆਪ ਆਖੀਏ ਵੀ ਅਸੀਂ ਇੱਥੋਂ ਨਿਕਲਣਾ ਚਾਹੁੰਦੇ, ਅਤੇ ਫਿਰ ਸਾਨੂੰ ਇੱਥੋਂ
याद करा देंगे, इत्थों सानू कढ लेंदे। इसलिए महाराज कहते भी जिद्दां दा असीं सतगुर नूं सुणिया सी उदां दा असीं देखिया भी जिहड़ा सानू विछड़िया नूं फिर मालक दे नाल मिला दिंदा, सानू इह बंदी खाने चों कढ के फिर सानू आपदे देश आपदे घर पहुंचा दिंदा। महाराज फरमाउंदे जैसा सतगुर सुनीदा तैसो ही मैं डीठ, विछड़िया मेले प्रभु हर दरगे का वसीठ। भी सानू विछड़िया नूं फिर मालक नाल मिला दिता। साडे जिहड़े मन सी ਉਹ ਜਿਹੜੇ ਇੱਧਰ ਸੌਂ ਗਏ ਸੀ, ਬੰਦੀ ਖਾਨੇ 'ਚ ਬੰਦ ਹੋ ਗਏ ਸੀ, ਉਹਨਾਂ ਨੂੰ ਫਿਰ ਰਿਹਾ ਕਰਾ ਦਿੱਤਾ, ਉਹਨਾਂ ਨੂੰ ਫਿਰ ਰਾਜਾ ਬਣਾ ਦਿੱਤਾ। ਪਹਿਲਾਂ ਜਿਹੜੇ ਇੱਧਰ ਮੰਗਤੇ ਬਣ ਗਏ ਸੀ, ਭਿਖਾਰੀ ਬਣ ਗਏ ਸੀ, ਗੁਲਾਮ ਬਣ ਗਏ ਸੀ। ਸੋ ਇਸ ਵਾਸਤੇ ਫਿਰ ਜਦੋਂ ਆਪਾਂ ਆਪਣੇ ਘਰ ਚਲੇ ਜਾਂਦੇ ਹਾਂ, ਫਿਰ ਅਸਲ ਦੇ ਵਿੱਚ ਸਾਡੀ ਦੀਵਾਲੀ ਹੁੰਦੀ ਹੈ। ਵੀ ਜਦੋਂ ਸਾਡੇ ਅੰਦਰ ਪ੍ਰਕਾਸ਼ ਹੋ ਗਿਆ, ਨਾਮ ਦਾ ਦੀਪਕ ਸਾਡੇ ਅੰਦਰ ਜਲ ਗਿਆ, ਫਿਰ ਤਾਂ ਸਾਡੇ ਵਾਸਤੇ ਸਦਾ ਦੀਵਾਲੀ, ਸਦਾ ਹੀ ਆਨੰਦ, ਸਦਾ ਹੀ ਸੁੱਖ। ਤਾਂਹੀਓ ਆਪਾਂ ਸੁਣਦੇ ਹਾਂ ਨਾ, ਕਈ ਕਹਿੰਦੇ ਹੁੰਦੇ ਸਦਾ ਦੀਵਾਲੀ ਸਾਧਕੀ ਅਠੇ ਬਹਿਰ ਬਸੰਤ, ਵੀ ਸਦਾ ਹੀ ਸਾਧੂ ਦੀ ਦੀਵਾਲੀ ਸਦਾ ਹੀ ਹੈ। ਉਹ ਸਦਾ ਉਹਨਾਂ ਦੀ ਦੀਵਾਲੀ ਕਿਉਂਕਿ ਉਹਨਾਂ ਦੇ ਘਰ 'ਚ ਸਦਾ ਪ੍ਰਕਾਸ਼ ਹੈ, ਉਹਨਾਂ ਦੇ ਘਰ ਦੇ ਵਿੱਚ ਸਦਾ ਦੀਪਕ ਬਲਦਾ ਨਾਮ ਦਾ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਵੀ ਉਹ ਨਾਮ ਦਾ ਦੀਪਕ ਸਦਾ ਹੀ ਜਲਦਾ ਉਹਨਾਂ ਦੇ ਘਰ ਦੇ ਵਿੱਚ। ਇਸ ਕਰਕੇ ਉਹਨਾਂ ਦੀ ਸਦਾ ਹੀ ਦੀਵਾਲੀ, ਸਦਾ ਹੀ ਉਹਨਾਂ ਦੇ ਘਰ 'ਚ ਪ੍ਰਕਾਸ਼, ਉਹਨਾਂ ਦੇ ਘਰ 'ਚ ਕਦੇ ਹਨੇਰਾ ਹੁੰਦਾ ਹੀ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਜਿਹੜੇ ਆਪਾਂ ਦਿਨ ਦਿਹਾੜੇ ਮਨਾਉਂਦੇ ਹਾਂ, ਇੱਥੋਂ ਆਪਾਂ ਸਿੱਖਿਆ ਲੈਣੀ ਹੈ ਬਈ ਅਸੀਂ ਇਹ ਜਿਹੜਾ ਬਾਹਰ ਚਾਨਣ ਪ੍ਰਕਾਸ਼ ਕਰਦੇ ਹਾਂ, ਵੀ ਸਾਡੇ ਅੰਦਰ ਵੀ ਉਹ ਪ੍ਰਕਾਸ਼ ਹੋ ਜੇ ਤੇ ਅਸੀਂ ਐਸਾ ਦੀਵਾ ਬਾਲੀਏ ਵੀ ਜਿਹੜਾ ਕਦੇ ਬੁਝੇ ਨਾ, ਵੀ ਜਿਹੜਾ ਕਦੇ ਇੱਕ ਵਾਰ ਬਲ ਗਿਆ ਤੇ ਉਹ ਫਿਰ ਕਦੇ ਬੰਦ ਨਾ ਹੋਵੇ, ਨਾ ਉਹਨੂੰ ਕੋਈ ਹਨੇਰੀ ਬੰਦ ਕਰ ਸਕੇ, ਨਾ ਤੂਫਾਨ ਬੰਦ ਕਰ ਸਕੇ। ਇਹ ਬਾਰੀ ਦਾ ਦੀਪਕ ਮਾੜਾ ਜਿਹਾ ਹਵਾ ਦਾ ਬੁੱਲਾ ਆਏਗਾ ਤੇ ਬੁੱਝਣ, ਤੇ ਜੇ ਆਪਣੇ ਅੰਦਰ ਦੀਪਕ ਬਲ ਗਿਆ ਤੇ ਫਿਰ ਚਾਹੇ ਲੱਖਾਂ ਲਹਿਰਾਂ ਹੋਣ ਵਿਚਾਰਾਂ ਦੀਆਂ, ਫਰਨਿਆਂ ਦੀਆਂ, ਫਿਰ ਸਾਡਾ ਜਿਹੜਾ ਮਨ ਹੈ ਉਹਨਾਂ ਲਹਿਰਾਂ 'ਚ ਡੁੱਬੇਗਾ ਨਹੀਂ, ਬਹੇਗਾ। ਇੱਕ ਵਾਰ ਸਾਡੀ ਮਾਲਕ ਦੇ ਨਾਮ ਦੇ ਨਾਲ ਸਾਡੀ ਜੁੜ ਗਈ, ਟੁੱਟੀ ਹੋਈ ਸਾਡੀ ਗੰਢੀ ਗਈ, ਫਿਰ ਨਹੀਂ ਅਸੀਂ ਡੁੱਬਦੇ, ਫਿਰ ਨਹੀਂ ਅਸੀਂ ਵਹਿਦੇ। ਇਸ ਲਈ ਮਹਾਰਾਜ ਕਹਿੰਦੇ ਲਗੜੀ ਸੋ ਥਾਨ ਜੋੜਨ ਹਾਰੇ ਜੋੜੀਏ, ਨਾਨਕ ਲਹਿਰੀ ਲੱਖ ਸਿਆਣ ਡੁੱਬਣ ਦੇ ਨਾ ਮਾਂ ਪੀੜੀ। ਬਈ ਐਸਾ ਜਿਹੜਾ ਸਾਡੀ ਲੈਬ, ਸਾਡਾ ਮਨ ਜੁੜ ਜੇ ਨਾਮ ਦੇ ਨਾਲ, ਸੱਚ ਦੇ ਨਾਲ, ਇਹ ਲੱਖਾਂ ਲਹਿਰਾਂ ਆਉਣ, ਤੂਫਾਨ ਆਉਣ, ਫਿਰ ਅਸੀਂ ਬਹਾਂਗੇ ਨਹੀਂ। ਸਾਡੀ ਲੈਬ ਹੈ ਜਿਹੜੀ ਫਿਰ ਇਹ ਟੁੱਟੇਗੀ ਨਹੀਂ, ਸਾਡਾ ਦੀਪਕ ਫਿਰ ਇਹ ਬੁਝੇਗਾ ਨਹੀਂ, ਇਹ ਸਦਾ ਹੀ ਜਲਦਾ ਰਹੇਗਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਦੀਵਾ ਬਾਲੋ, ਵੀ ਆਪਣੇ ਘਰ ਦਾ ਅੰਦਰਲਾ, ਵੀ ਜਿਹਦੇ ਨਾਲ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋਵੇ, ਖਤਮ ਹੋਵੇ। ਹੁਣ ਉਹ ਦੀਵਾ ਬਾਲਣਾ ਸਿਮਰਨ ਅਭਿਆਸ ਕਰਕੇ, ਜਿਹੜੇ ਹੁਣ ਜੀਵ ਸਿਮਰਨ ਤਾਂ ਕਰਦੇ ਨਹੀਂ, ਉਹ ਸਿਰਫ ਬਾਹਰੀ ਦੀਵਾ ਬਾਲਦੇ। ਤੇ ਜੇ ਹੁਣ ਮਹਾਰਾਜ ਤਾਂ ਕਹਿੰਦੇ ਵੀ ਬਾਹਰੀ ਦੀਵਾ ਕੋਈ ਬਾਲਣ ਜਾਂਦਾ ਹਰੀ ਦਾ ਸਿਮਰਨ ਛੱਡ ਕੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਜੂਨ ਕਿਹੜੀ ਮਿਲਦੀ, ਸਰਪਣੀ ਦੀ, ਤੇ ਆਪਦੇ ਬੱਚਿਆਂ ਨੂੰ ਸਰਪਣੀ ਆਪ ਹੀ ਖਾ ਜਾਂਦੀ। ਇਸ ਲਈ ਫਰਮਾਉਂਦੇ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਸਰਪਣੀ ਹੋਏ ਕੇ ਉਤਰੇ ਜਾਏ ਆਪਣੇ ਖਾਏ।
हरि का सिमरन छड्ड के जीव इस्तरी होर दीवा बालदी। कोई मड़ियां मसाणा ते दीवा लाउण जांदा है, कोई किते जांदा है, कोई किते जांदा है, परमात्मा का सिमरन नहीं करदा। ते सतगुरु गुरबाणी च की कहंदे भी उहनूं मिलेगा की, लोगों ने सपनी की जूनी मिल जाएगी ते आपदे बच्चे आप ही खाएगी। ਉਹ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਪਰਮਾਤਮਾ ਦਾ ਸਿਮਰਨ ਕਰਕੇ ਉਹ ਅੰਦਰਲਾ ਦੀਪਕ ਪਾਲੋ। ਇਸ ਲਈ ਫਿਰ ਆਪਾਂ ਜੋ ਸਤਿਗੁਰੂ ਸਾਨੂੰ ਕਹਿ ਰਹੇ ਆਪਾਂ ਉਹ ਇੱਥੇ ਆ ਕੇ ਸਿੱਖਿਆ ਲੈਣੀ ਹੁੰਦੀ। ਗੁਰੂ ਘਰ ਆਪਾਂ ਇਸੇ ਵਾਸਤੇ ਆਉਣਾ ਵੀ ਗੁਰੂ ਦਾ ਬਚਨ ਮੰਨਣਾ, ਨਾ ਕਿ ਅਸੀਂ ਆਪਦੀ ਮੱਤ ਥੋੜ੍ਹੀ ਵਰਤਣੀ ਹੁੰਦੀ ਹੈ। ਵੀ ਗੁਰੂ ਘਰ ਤਾਂ ਇਸ ਕਰਕੇ ਆਉਣੇ ਗੁਰੂ ਦੀ ਮੱਤ ਲੈਣ ਵਾਸਤੇ, ਵੀ ਗੁਰੂ ਸਾਨੂੰ ਕੀ ਕਹਿ ਰਹੇ ਆ, ਗੁਰੂ ਦਾ ਬਚਨ ਸੁਣਨਾ ਤੇ ਫਿਰ ਉਹ ਬਚਨ ਨੂੰ ਮੰਨਣਾ। ਜੇ ਹੁਣ ਅਸੀਂ ਗੁਰੂ ਦਾ ਬਚਨ ਸੁਣਦੇ ਨਹੀਂ, ਮੰਨਦੇ ਨਹੀਂ, ਤੇ ਫਿਰ ਅਸੀਂ ਆਖੀ ਅਸੀਂ ਦੁਖੀ ਹਾਂ ਜੀ, ਤੇ ਦੁਖੀ ਤਾਂ ਅਸੀਂ ਰਹਿਣਾ ਹੀ ਰਹਿਣਾ। ਫਿਰ ਮਹਾਰਾਜ ਕਹਿੰਦੇ ਫਿਰ ਸਤਿਗੁਰੂ ਨੂੰ ਕੋਈ ਦੋਸ਼ ਨਹੀਂ ਹੈ। ਬਈ ਫਿਰ ਸੱਚਾ ਸਤਿਗੁਰੂ ਕੀ ਕਰੇ, ਬਈ ਜਦੋਂ ਸਿੱਖਾਂ ਨੇ ਕਹਿਣਾ ਤਾਂ ਮੰਨਣਾ ਨਹੀਂ, ਜਦੋਂ ਵਚਨ ਤਾਂ ਮੰਨਣਾ ਨਹੀਂ, ਤੇ ਫਿਰ ਸੱਚਾ ਸਤਿਗੁਰੂ ਕੀ ਕਰੇ। ਮਹਾਰਾਜ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮਾਹੀ ਚੂਕ ਅੰਧੇ ਏਕ ਨ ਲੱਗੇ ਹੀ, ਜਿਉਂ ਬਾਂਸ ਵਜਾਈਏ ਫੂਕ। ਬਈ ਜਿਵੇਂ ਬਾਂਸ ਅੰਦਰੋਂ ਖਾਲੀ ਦਾ ਖਾਲੀ, ਉਹ ਇਸੇ ਤਰ੍ਹਾਂ ਹੀ ਫਿਰ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ। ਬਈ ਉਹ ਬੰਦੀ ਖਾਨੇ 'ਚੋਂ ਕੱਢੇ ਕਿਵੇਂ, ਜਦੋਂ ਅਸੀਂ ਨਿਕਲਣਾ ਹੀ ਨਹੀਂ ਚਾਹੁੰਦੇ ਆ, ਜਦੋਂ ਅਸੀਂ ਖੁਦ ਹੀ ਇੱਥੇ ਗੁਲਾਮ ਬਣ ਕੇ ਰਹਿਣਾ ਚਾਹੁੰਦੇ, ਅਸੀਂ ਭਿਖਾਰੀ ਮੰਗਤੇ ਬਣ ਕੇ ਰਹਿਣਾ ਚਾਹੁੰਦੇ, ਤੇ ਫਿਰ ਨਹੀਂ ਇੱਥੋਂ ਸਾਨੂੰ ਕੋਈ ਵੀ ਕੱਢ ਸਕਦਾ। ਸੋ ਇਸ ਵਾਸਤੇ ਫਿਰ ਜਦੋਂ ਆਪਾਂ ਪਹਿਲਾਂ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਸਾਨੂੰ ਗਿਆਨ ਹੁੰਦਾ, ਸਤਿਗੁਰੂ ਗਿਆਨ ਦਿੰਦੇ। ਜਦੋਂ ਸਾਨੂੰ ਗਿਆਨ ਹੁੰਦਾ ਫਿਰ ਅਸੀਂ ਇੱਥੋਂ ਨਿਕਲਣ ਵਾਸਤੇ ਬੇਨਤੀਆਂ ਕਰਦੇ ਹਾਂ, ਜੋਦੜੀਆਂ ਕਰਦੇ ਹਾਂ। ਫਿਰ ਆਪਾਂ ਕਹਿੰਦੇ ਹਾਂ ਵੀ ਸਤਿਗੁਰੂ ਸਾਨੂੰ ਇੱਥੋਂ ਕੱਢੋ। ਤੇ ਜਦੋਂ ਅਸੀਂ ਬੇਨਤੀਆਂ ਕਰਾਂਗੇ, ਜੋਦੜੀਆਂ ਕਰਾਂਗੇ, ਤੇ ਸਤਿਗੁਰੂ ਤਾਂ ਸਾਨੂੰ ਆਵਾਜ਼ਾਂ ਮਾਰੇ ਵੀ ਆਓ। ਉਹ ਤਾਂ ਸਾਨੂੰ ਕੱਢਣ ਵਾਸਤੇ ਤਿਆਰ ਨਹੀਂ, ਉਹ ਤਾਂ ਬੇੜਾ ਸਦਾ ਹੀ ਖੜਾ ਹੈ ਉਹਨਾਂ ਦਾ, ਅਸੀਂ ਸਵਾਰ ਨਹੀਂ ਹੁੰਦੇ ਉੱਥੇ। ਜਿਵੇਂ ਜਹਾਜ਼ ਹੈ, ਬੇੜਾ ਸਦਾ ਖੜਾ ਹੈ, ਅਸੀਂ ਉਹ ਬੇੜੇ ਤੱਕ ਪਹੁੰਚਦੇ ਹੀ ਨਹੀਂ, ਅਸੀਂ ਉਹ ਬੇੜੇ ਦੇ ਉੱਤੇ ਸਵਾਰ ਹੀ ਨਹੀਂ ਹੁੰਦੇ। ਤੇ ਬੇੜਾ ਤਾਂ ਤਿਆਰ ਹੈ। ਮਹਾਰਾਜ ਕਹਿੰਦੇ ਸਤਿਗੁਰ ਹੈ ਬੋਹਿਤ ਸ਼ਬਦ ਲਗਾਵਣਹਾਰ, ਵੀ ਸਤਿਗੁਰ ਦਾ ਬੋਹਿਤ ਬੇੜਾ ਉਹ ਤਿਆਰ ਖੜਾ ਹੈ। ਬਈ ਤਿਆਰ ਖੜਾ ਹੈ ਤੇ ਸਵਾਰ ਤਾਂ ਅਸੀਂ ਆਪ ਹੀ, ਹੁਣ ਬੈਠਣਾ ਤਾਂ ਅਸੀਂ ਨਹੀਂ ਉੱਥੇ। ਜੇ ਹੁਣ ਅਸੀਂ ਬੈਠੀਏ ਨਾ, ਹੁਣ ਜਿਹੜੇ ਬੈਠੇ ਉਹ ਬੇੜੇ ਤੇ ਸਵਾਰ ਹੋਏ ਤੇ ਉਹ ਪਾਰ ਚਲੇ ਗਏ, ਤੇ ਜਦੋਂ ਪਾਰ ਗਏ ਤੇ ਜਿਹੜੇ ਗੁਰਮੁਖ ਜਾਗੇ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਉਵੇਂ ਹੀ ਆਪ ਨੂੰ ਦੱਸ ਦਿੱਤਾ। ਕਹਿੰਦੇ ਪਾਰ ਪਵੰਦੜੇ ਡੈਠ ਮੈਂ ਸਤਿਗੁਰ ਬੋਹਿਤ ਜਾੜ। ਉਹ ਕਹਿੰਦੇ ਅਸੀਂ ਦੇਖੇ ਪਾਰ ਹੁੰਦੇ। ਕਿਵੇਂ ਦੇਖੇ, ਕਿਵੇਂ ਪਾਰ ਹੋਏ? ਕਹਿੰਦੇ ਸਤਿਗੁਰ ਦੇ ਬੋਹਿਤ ਬੇੜੇ ਤੇ ਸਵਾਰ ਹੋਏ ਤੇ ਉਹ ਪਾਰ ਲੰਘੇ। ਇਹ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਉਹ ਬੇੜੇ ਤੇ ਸਵਾਰ ਹੋ ਜਾਓ, ਤੁਸੀਂ ਵੀ ਪਾਰ ਲੰਘ ਜਾਓ। ਹੁਣ ਉਹ ਬੇੜੇ ਤੱਕ ਪਹੁੰਚਣ ਵਾਸਤੇ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਆਹ ਹੁਣ ਜੋ ਬੇੜਾ ਨਾਮ ਹੈ ਉਸ ਤੱਕ ਪਹੁੰਚਣ ਵਾਸਤੇ ਆਪਾਂ ਨੂੰ ਜੋ ਸਤਿਗੁਰੂ ਇਹ ਸਾਸਕ ਰਸ ਸਿਮਰਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਫਿਰ ਆਏ, 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 ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪਾਂ ਜੋ ਸਿਮਰਨ ਅਭਿਆਸ ਕਰਦੇ ਹਾਂ ਗੁਰਮੁਖੋ, ਇਸ ਕਰਕੇ ਕਰਦੇ ਵੀ ਤਾਂ ਕਿ ਆਪਣਾ ਮਨ ਹੈ ਜਿਹੜਾ ਇਹ ਰਾਜੀ ਹੋ ਜਾਏ ਤੋਂ ਨਿਕਲਣ ਵਾਸਤੇ, ਤਾਂ ਕਿ ਇਹ ਤਿਆਰ ਹੋ ਜਾਏ ਵੀ ਮੈਂ ਇਥੋਂ ਬੰਦੀਖਾਨੇ ਚੋਂ ਨਿਕਲਣਾ ਚਾਹੁੰਦਾ, ਯਾਦ ਹੋਣਾ ਚਾਹੁੰਦਾ। ਜਦੋਂ ਸਾਡੀ ਤਿਆਰੀ ਹੋਏਗੀ ਤੇ ਫਿਰ ਸਤਿਗੁਰਾਂ ਨੇ ਸਾਨੂੰ ਕੱਢ ਹੀ ਲੈਣਾ। ਜਦ ਤੱਕ ਹੁਣ ਅਸੀਂ ਰਾਜੀ ਨਹੀਂ, ਅਸੀਂ ਦੁਬਦਾ ਵਿੱਚ ਵੀ ਅਸੀਂ ਚਾਹੁੰਦੇ ਹਾਂ ਅਸੀਂ ਇੱਥੋਂ ਛੱਡੀਏ ਨਾ ਇਸ ਨੂੰ, ਕਿਉਂਕਿ ਇਹਦੇ ਨਾਲ ਪਿਆਰ ਹੀ ਸਾਡਾ ਇੰਨਾ ਪਿਆ ਮਾਇਆ ਨਾਲ। ਜਿੱਥੇ ਜੀਵ ਰਹਿੰਦਾ ਨਾ ਅਸਲ ਦੇ ਵਿੱਚ ਉਹਦਾ ਉਹ ਥਾਂ ਨਾਲ ਪਿਆਰ ਪੈ ਜਾਂਦਾ, ਅਤੇ ਉਹ ਥਾਂ ਛੱਡਣ ਨੂੰ ਉਹਦਾ ਜਿੱਤ ਨਹੀਂ ਕਰਦਾ, ਕਿਉਂਕਿ ਉੱਥੇ ਰਹਿੰਦਾ ਹੋਇਆ ਉਹਦਾ ਮੋਹ ਪੈ ਜਾਂਦਾ, ਪਿਆਰ ਪੈ ਜਾਂਦਾ। ਅਤੇ ਜਦੋਂ ਪਿਆਰ ਪੈਂਦਾ ਤਾਂ ਉਹ ਛੱਡਣ ਨੂੰ ਤਿਆਰ ਨਹੀਂ, ਚਾਹੇ ਉਹ ਬੰਦੀਖਾਨੇ ਹੀ। ਇਹ ਬੰਦੀਖਾਨੇ ਦੇ ਵਿੱਚ ਹੀ, ਉਹ ਬੰਦੀਖਾਨੇ ਨਾਲ ਹੀ ਇੰਨਾ ਪਿਆਰ ਪਾ ਲਿਆ ਇਸ ਨੇ ਵੀ ਇੱਥੇ ਰੋਗੀ ਵੀ ਹੈ, ਦੁੱਖ ਵੀ ਮਿਲਦਾ, ਗੁਲਾਮੀ ਵੀ ਭੋਗਦਾ, ਪਰ ਫਿਰ ਵੀ
ਇਹਨੂੰ ਛੱਡਣ ਨੂੰ ਤਿਆਰ ਨਹੀਂ। ਉਹ ਇਸ ਵਾਸਤੇ ਫਿਰ ਆਪਾਂ ਬੇਨਤੀਆਂ ਕਰਨੀਆਂ ਮਾਲਕ ਨੂੰ ਵੀ ਸਤਿਗੁਰੂ ਕਿਰਪਾ ਕਰੋ ਵੀ ਸਾਡਾ ਮਨ ਇੱਥੋਂ ਨਿਕਲਣ ਲਈ ਰਾਜੀ ਹੋ ਜੀ, ਇਹਨੂੰ ਬੰਦੀਖਾਨੇ ਨੂੰ ਛੱਡਣ ਲਈ ਤਿਆਰ ਹੋ ਜੀ। ਤੇ ਜਦੋਂ ਇਹ ਤਿਆਰ ਹੋ ਗਿਆ, ਰਾਜੀ ਹੋ ਗਿਆ, ਫਿਰ ਮਿਲਣ ਲਈ ਦੇਰ ਨਹੀਂ ਲੱਗਦੀ। ਸਾਡੀ ਜਿਹੜੀ ਨੀਅਤ, ਸਾਡਾ ਮਨ ਰਾਜੀ ਹੋਵੇ। ਇਸ ਲਈ ਮਹਾਰਾਜ ਫਰਮਾਉਂਦੇ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਵੀ ਜੇ ਨੀਅਤ, ਜੇ ਸਾਡਾ ਮਨ ਰਾਜੀ ਹੋਵੇ ਤੇ ਮਾਲਕ ਨੇ ਥੋੜ੍ਹੀ ਢਿੱਲ ਵਰਤਣੀ। ਉਹ ਤਾਂ ਪਹਿਲਾਂ ਹੀ ਸਾਨੂੰ ਆਵਾਜ਼ਾਂ ਮਾਰਦੇ, ਉਹ ਤਾਂ ਰੋਜ਼ ਸਾਨੂੰ ਕਹਿੰਦੇ ਘਰੇ ਆਵੋ ਵਾਪਸ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਉਹ ਤਾਂ ਆਵਾਜ਼ਾਂ ਮਾਰਦੇ ਘਰੇ ਆਓ, ਘਰੇ ਆ ਕੇ ਬੈਠੋ, ਸੁੱਖ ਲਵੋ, ਆਨੰਦ ਲਵੋ, ਤੁਹਾਡੇ ਕਾਰਜ ਵੀ ਮੈਂ ਆਪ ਕਰ ਦਾਂਗਾ ਸਾਰੇ। ਉਹ ਤਾਂ ਸਾਨੂੰ ਰੋਜ਼ ਬੁਲਾਉਂਦੇ। ਮਹਾਰਾਜ ਕਹਿੰਦੇ ਥਿਰ ਕਰ ਬੈਸੋ ਹਰ ਜਨ ਪਿਆਰੀ, ਸਤਿਗੁਰ ਤੁਮਰੇ ਕਾਜ ਸਵਾਰੀ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੀ। ਕਿੰਨਾ ਉਹ ਤਾਂ ਸਾਨੂੰ ਕਹਿੰਦੇ ਵੀ ਤੁਹਾਡੀ ਪੈਜ ਵੀ ਰੱਖ ਲਾਂਗੇ, ਇਹਨਾਂ ਦੂਤਾਂ ਨੂੰ ਵੀ ਮਾਰ ਦਾਂਗਾ, ਤੁਹਾਡੇ ਕਾਰਜ ਵੀ ਮੈਂ ਕਰ ਦਾਂਗਾ, ਤੁਸੀਂ ਘਰੇ ਆ ਕੇ ਬੈਠੋ। ਪਰ ਮਨ ਰਾਜੀ ਨਹੀਂ, ਮਨ ਬਹਿੰਦਾ ਨਹੀਂ। ਇਹ ਜਾਣ ਨੂੰ ਤਿਆਰ ਨਹੀਂ ਘਰੇ, ਇਹ ਜਾਂਦਾ ਨਹੀਂ। ਤੇ ਜੇ ਹੁਣ ਘਰੇ ਨਾ ਬੈਠੇ ਤੇ ਫਿਰ ਸਤਿਗੁਰੂ ਕੀ ਕਰਨ। ਸੋ ਇਸ ਵਾਸਤੇ ਸਾਰਾ ਜਿਹੜਾ ਦੋਸ਼ ਉਹ ਸਾਡਾ ਆਪਦਾ ਹੈ, ਸਾਡੇ ਮਨ ਦਾ ਹੈ। ਇਹ ਹੁਣ ਆਪਦਾ ਦੋਸ਼ ਮੰਨਦਾ ਨਹੀਂ ਤੇ ਦੂਜਿਆਂ ਨੂੰ ਦੋਸ਼ ਦਿੰਦਾ, ਤਾਂਹੀਓ ਦੁਖੀ ਹੁੰਦਾ। ਜੇ ਆਪਦਾ ਦੋਸ਼ ਮੰਨ ਲਵੇ ਤੇ ਦੋਸ਼ ਮੰਨ ਕੇ ਫਿਰ ਵੀ ਇਹ ਸੁਖੀ ਹੋ ਜਾਵੇ, ਦੂਸਰਿਆਂ ਨੂੰ ਦੋਸ਼ ਨਾ ਦੇਵੇ। ਜਦੋਂ ਦੂਜਿਆਂ ਨੂੰ ਦੋਸ਼ ਦਿੰਦਾ ਤੇ ਹੋਰ ਦੁਖੀ ਹੁੰਦਾ, ਹੋਰ ਦੁੱਖ ਪੈਦਾ ਕਰ ਲੈਂਦਾ। ਸੋ ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ ਸਿਮਰਨ ਕਰਨਾ। ਸਿਮਰਨ ਬੇਨਤੀਆਂ ਹੀ ਸਾਡੇ ਮਨ ਨੂੰ ਰਾਜੀ ਕਰਨ ਵਾਸਤੇ, ਤਾਂ ਕਿ ਇਸ ਨਿਕਲੇ। ਉਹ ਵੱਧ ਤੋਂ ਵੱਧ ਆਪਾਂ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਕਿਵੇਂ ਸਾਡੇ ਮਨ ਇਹ ਬੰਦੀਖਾਨੇ 'ਚ ਬੰਦ ਨਹੀਂ, ਕਿਵੇਂ ਬੰਦੀਖਾਨੇ ਵਿੱਚੋਂ ਸਾਡੇ ਮਨਾਂ ਨੇ ਆਜ਼ਾਦ ਹੋਣਾ। ਪਹਿਲਾਂ ਇਹਨਾਂ ਨੂੰ ਗਿਆਨ ਦਾ ਦੀਪਕ, ਗਿਆਨ ਦਾ ਚਾਨਣ ਉਹ ਬਲਦਾ ਸਾਡੇ ਅੰਦਰ, ਫਿਰ ਸਾਡੇ ਅੰਦਰ ਨਾਮ ਦਾ ਦੀਪਕ ਬਲਦਾ ਹੈ, ਜਿਹਦੇ ਨਾਲ ਫਿਰ ਸਾਡੇ ਅੰਦਰ, ਸਾਡੇ ਘਰ 'ਚ ਸਾਡਾ ਚਾਨਣ ਹੋ ਜਾਂਦਾ ਹੈ। ਉਹ ਹੋਏਗਾ ਤਾਂ ਹੀ ਜੇ ਹੁਣ ਅਸੀਂ ਵੱਧ ਤੋਂ ਵੱਧ ਇਹ ਅਭਿਆਸ ਕਰਾਂਗੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। Good.